जिंदाबाद केंद्र सरकार मुर्दाबाद 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 नरेंद्र मोदी मुर्दाबाद 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 साडा हक इत्थे रख साडा हक इत्थे रख। अमृतसर के आज तमाम पार्षद जो कांग्रेस से संबंधित हैं वो मेयर करमजीत सिंह रिंटू की अध्यक्षता में यहाँ पर कंपनी बाग में किसानों को समर्थन देने के लिए बैठे हैं। आज किसान दिवस है, इन्होंने भी भूख हड़ताल रखी है किसानों को समर्थन देने के लिए। पिछले कई दिनों से किसान लगातार, जिसे अन्नदाता कहा जा रहा है, वो संघर्ष कर रहा है। वो जो केंद्र सरकार की ओर से 3 कृषि कानून लाए गए हैं, किसान उन्हें रद्द करवाने के लिए जो हैं वो अड़े हुए हैं। वहीं केंद्र सरकार भी अड़ी हुई है कि हम इनमें संशोधन करने को तैयार हैं, इन्हें रद्द नहीं किया जाएगा। हम इनसे बात करते हैं करमजीत सिंह रिंटू के साथ, मेयर हैं ये अमृतसर के। आखिर इनका क्या नज़रिया है? मेयर साहब, ਤੁਹਾਡਾ ਕੀ ਨਜ਼ਰੀਆ ਹੈ ਵੀ ਤੁਹਾਨੂੰ ਕੀ ਲੱਗਦਾ ਵੀ ਕੇਂਦਰ ਸਰਕਾਰ ਇਸ ਜਿਹੜੇ ਤੇ ਕਿਸਾਨਾਂ ਦੇ ਵਿਚਕਾਰ ਹੁਣ ਪੇਚ ਫਸ ਗਿਆ? ਦੇਖੋ, ਪਹਿਲਾਂ ਇਹਦੀ ਤੈਅ ਨੂੰ ਸਮਝ ਲਈਏ ਆਪਾਂ। ਦੇਖੋ, ਜਿਹੜਾ ਇਸ ਵੇਲੇ ਬੀਜੇਪੀ ਦੀ ਕੇਂਦਰ ਸਰਕਾਰ ਆ, ਇਹ ਜਿੱਦਣ ਦੀ ਆਈ ਆ, ਪਹਿਲਾਂ ਇਹਦੀ ਮੋਡਸ ਆਪਰੈਂਡੀ ਸਮਝ ਲਈਏ ਕੀ ਆ। ਇਹਨਾਂ ਨੇ ਪਹਿਲਾਂ ਦੇਸ਼ ਦੇ 70% ਰੈਵਨਿਊ ਜਿਹੜਾ ਐਗਰੀਕਲਚਰ ਤੋਂ ਪ੍ਰੋਡਿਊਸ ਹੋ ਰਿਹਾ, ਬਾਕੀ ਜਿਹੜਾ 30% ਸੈਕਟਰ ਸੀ ਉਹਦੇ ਵਿੱਚ ਇਹਨਾਂ ਨੇ ਬੜੇ ਵੱਡੇ ਤੌਰ ਤੇ ਪ੍ਰਾਈਵੇਟਾਈਜੇਸ਼ਨ ਲਿਆਂਦੀ ਹੈ। ਚਾਹੇ ਦੇਸ਼ ਦੇ ਏਅਰਪੋਰਟ ਸੀਗੇ ਉਹ ਪ੍ਰਾਈਵੇਟ ਕਰ ਦਿੱਤੇ ਨੇ, ਰੇਲਵੇ ਦੇ ਵਿੱਚ ਪ੍ਰਾਈਵੇਟ ਭਾਗੀਦਾਰੀ ਲੈਣ ਦੀ ਆ, LIC ਦੇ ਵਿੱਚ ਪ੍ਰਾਈਵੇਟ ਭਾਗੀਦਾਰੀ ਲੈਣ ਦੀ ਆ, ਹੋਰ ਬਹੁਤ ਸਾਰੇ ਸੈਕਟਰ, ਬਹੁਤ ਸਾਰੀਆਂ ਸੰਮਤੀਆਂ ਜਿਨ੍ਹਾਂ ਨੂੰ ਇਹਨਾਂ ਨੇ ਪ੍ਰਾਈਵੇਟ ਹੱਥਾਂ ਦੇ ਵਿੱਚ ਦੇ ਦਿੱਤਾ। ਇਹ 70% ਇੱਦਾਂ ਦਾ ਇੱਕ ਸੈਕਟਰ ਸੀਗਾ ਜਿਹਦੇ ਵਿੱਚ 70% ਰੈਵਨਿਊ ਵੀ ਇੱਥੋਂ ਆਉਂਦਾ ਔਰ 70% ਦੇਸ਼ ਦੀ ਪਾਪੂਲੇਸ਼ਨ ਵਰਕਫੋਰਸ ਜਿਹੜੀ ਆ ਉਹ ਖੇਤੀ ਦੇ ਸੈਕਟਰ ਦੇ ਵਿੱਚ ਇਨਵੋਲਵ ਹੈ। ਸਿੱਧੇ ਤੌਰ ਤੇ ਇੱਥੇ ਆਪਣਾ ਕਾਰੋਬਾਰ ਕਰਦੇ ਨੇ ਔਰ ਇੱਥੋਂ ਰੋਟੀ ਖਾਂਦੇ ਨੇ ਔਰ ਸਾਰਾ ਦੇਸ਼ ਕਿਸਾਨ ਚਲਾਉਂਦੇ ਨੇ, ਸਰਕਾਰਾਂ ਕਿਸਾਨਾਂ ਨੂੰ ਨਹੀਂ ਚਲਾਉਂਦੀਆਂ। ਇਹ ਗੱਲ ਸਾਨੂੰ ਸਮਝਣੀ ਚਾਹੀਦੀ ਹੈ। ਅੱਜ ਦੇ ਕਿਸਾਨ ਦਾ ਬਹੁਤ ਵੱਡਾ ਯੋਗਦਾਨ ਇਸ ਦੇਸ਼ ਦੀ ਆਜ਼ਾਦੀ 'ਚ, ਜਿੰਨੇ ਵੀ ਆਜ਼ਾਦੀ ਦੇ ਅੰਦੋਲਨ ਵੀ ਰਹੇ ਉਹ ਕਿਸਾਨ ਨੇ ਲੈ ਕੇ ਆਏ। ਇਸ ਦੇਸ਼ ਦੀ ਆਜ਼ਾਦੀ 'ਚ, ਦੇਸ਼ ਦੇ ਅੰਨ ਭੰਡਾਰ 'ਚ, ਦੇਸ਼ ਦੀ ਸੁਰੱਖਿਆ ਦੇ ਵਿੱਚ, ਦੇਸ਼ ਦੀ ਇਕਨੋਮੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਜਿਹੜਾ ਉਹ ਕਿਸਾਨਾਂ ਦਾ ਰਿਹਾ। ਅੱਜ ਕਿਸਾਨ ਨੂੰ ਅੰਡਰਮਾਈਨ ਕਰਨਾ ਇਹ ਮੋਦੀ ਸਰਕਾਰ ਦੀ ਬੜੀ ਵੱਡੀ ਗਲਤੀ ਆ। ਅੱਜ ਦੇਖੋ, ਜਿੱਥੇ ਕਿਸਾਨਾਂ ਨੂੰ ਇੱਕ ਗਰੰਟੀ ਦਿੱਤੀ ਗਈ ਸੀ ਮਿਨੀਮਮ ਸਪੋਰਟ ਪ੍ਰਾਈਸ ਦੀ, ਕਿਸਾਨ ਉਸ ਗਰੰਟੀ ਨੂੰ ਲੈ ਕੇ ਆਪਣੀ ਫਸਲ ਬੀਜਦੇ ਸੀ। ਉਹਨੂੰ ਇੱਕ ਗਰੰਟੀ ਸੀਗੀ ਕਿ ਇੰਨੇ ਦੀ ਮੇਰੀ ਫਸਲ ਵਿਕ ਜਾਏਗੀ। ਅੱਜ ਉਹਨੂੰ ਖਤਮ ਕਰ ਦੇਣਾ। ਉਸ ਦੇ ਇਲਾਵਾ ਬਾਕੀ ਜਿਹੜੀ ਸਾਡੀ ਪਾਪੂਲੇਸ਼ਨ ਆ ਉਹਨੂੰ ਇੱਕ ਗਰੰਟੀ ਦਿੱਤੀ ਗਈ ਸੀ ਕਿ ਇਸ ਰੇਟ ਤੇ ਤੁਹਾਨੂੰ, ਇਸ ਤੋਂ ਵੱਧ ਰੇਟ ਦੇ ਉੱਤੇ ਤੁਹਾਨੂੰ ਖਾਣ ਪੀਣ ਦੀਆਂ ਚੀਜ਼ਾਂ ਨਹੀਂ ਮਿਲਣਗੀਆਂ, ਇੱਕ ਉਹਨੂੰ ਖਤਮ ਕਰ ਦੇਣਾ। ਅੱਜ ਇਹ ਸਾਰਾ ਗਵਰਨਮੈਂਟ ਕੰਟਰੋਲ ਇਹ 70% ਤੋਂ ਖਤਮ ਕਰ ਦੇਣਾ। ਇਹ ਸਿੱਧੇ ਤੌਰ ਤੇ ਜਿਹੜੇ ਪ੍ਰਾਈਵੇਟ ਘਰਾਣੇ ਨੇ ਉਹਨਾਂ ਦੇ ਹੱਥਾਂ 'ਚ 70% ਦੇਸ਼ ਨੂੰ ਨਿਲਾਮ ਕੀਤਾ ਗਿਆ। ਅੱਜ ਉਹਨਾਂ ਨੂੰ ਫਾਇਦਾ ਦਿੱਤਾ ਗਿਆ ਔਰ ਇਹ ਕੋਈ ਬੈਕਡੋਰ ਐਂਟਰੀ ਨਹੀਂ ਗਈ, ਫਰੰਟ ਡੋਰ ਐਂਟਰੀ। ਜਿਹੜਾ ਸਾਡਾ ਅੱਜ ਡੈਮੋਕ੍ਰੇਸੀ ਦਾ ਸਭ ਤੋਂ ਉੱਚਾ ਮੰਦਰ ਪਾਰਲੀਮੈਂਟ ਆ ਔਰ ਉਸ ਦੀ ਇੱਕ ਮੈਂ ਕਹਾਂਗਾ ਕਿ ਮਿਸਯੂਜ਼ ਕਰਕੇ, ਅੱਜ ਉਹਦੀ ਵਰਤੋਂ ਕਰਕੇ ਇੱਕ ਡੈਮੋਕ੍ਰੇਸੀ ਦੀ ਜਿਹੜੀ ਅਸੀਂ ਉਹਨਾਂ ਨੂੰ ਇੱਕ ਸਾਰਾ ਡੈਮੋਕ੍ਰੈਟਿਕ ਸੈਟਅਪ ਦੇ ਨਾਲ ਸਰਕਾਰ ਬਣਾਈ, ਲੋਕਾਂ ਵੋਟਾਂ ਪਾਈਆਂ, ਉਹਨੂੰ ਮਿਸਯੂਜ਼ ਕਰਕੇ ਅੱਜ ਫਰੰਟ ਡੋਰ ਤੋਂ ਉਹ ਵਪਾਰਕ ਘਰਾਣਿਆਂ ਦੀ ਐਂਟਰੀ ਕਰਾਈ ਆ ਔਰ ਇਹ 70% ਦੇਸ਼ ਦੇ ਰੈਵਨਿਊ ਦੇ ਉੱਤੇ ਉਹਨਾਂ ਦਾ ਰਾਜ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਆ। ਜਿਹੜਾ ਸਾਡਾ ਦੇਸ਼ ਦਾ ਕਿਸਾਨ ਬਿਲਕੁਲ ਨਹੀਂ ਹੋਣ ਦੇਗਾ ਔਰ ਅਸੀਂ ਸਾਰੇ ਲੜ ਕੇ ਦੇ ਖਿਲਾਫ ਲੜਾਈ ਲੜਾਂਗੇ। ਅੱਜ ਅਸੀਂ ਕਿਸਾਨ ਦਿਵਸ ਦੇ ਉੱਤੇ ਸਾਰੇ ਕੌਂਸਲਰ ਸਾਥੀਆਂ ਨੇ, ਬਤੌਰ ਮੈਂ ਮੇਅਰ, ਅੱਜ ਅਸੀਂ ਕਿਸਾਨਾਂ ਦੇ ਹੱਕ 'ਚ ਆਪਣੀ ਇੱਕ ਦਿਨ ਦੀ ਭੁੱਖ ਹੜਤਾਲ ਰੱਖ ਕੇ ਸਪੋਰਟ ਦੇਣ ਦੀ ਕੋਸ਼ਿਸ਼ ਕੀਤੀ ਆ ਔਰ ਨਾਲ ਹੀ ਮੋਦੀ ਸਰਕਾਰ ਨੂੰ ਆਪਣਾ ਵਿਰੋਧ ਦਰਜ ਕਰਾਇਆ। ਅੱਛਾ ਰਿੰਟੂ ਜੀ, ਤੁਸੀਂ ਕਿਹਾ ਵੀ MSP ਸਰਕਾਰ ਖਤਮ ਕਰਨਾ ਚਾਹ ਰਹੀ ਹੈ, ਲੇਕਿਨ ਕਿਸਾਨ ਉਹਨੂੰ ਸਰਕਾਰ ਕਹਿੰਦੇ ਸੀ ਲਿਖਤ ਗਰੰਟੀ ਦੇਣ ਨੂੰ ਤਿਆਰ ਹਾਂ ਕਿ MSP ਨਹੀਂ ਖਤਮ ਹੋਏਗਾ। ਇਨ ਕਿਸਾਨਾਂ ਨੂੰ ਜਿਹੜਾ ਫਾਰਮਰਸ ਨੂੰ ਕਾਂਗਰਸ ਭੜਕਾ ਰਹੀ ਹੈ, ਵਿਪਕਸ਼ ਭੜਕਾ ਰਿਹਾ ਨਾ। ਪਹਿਲੀ ਗੱਲ ਤਾਂ ਇਹ ਆ ਕਿ ਜੇ ਤੁਸੀਂ MSP ਨਹੀਂ ਖਤਮ ਕਰਨੀ, ਲਿਖ ਕੇ ਦੇਣ ਲਈ ਤਿਆਰ ਜੇ, ਫਿਰ ਬਿੱਲ ਬਣਾਉਣ ਦੀ ਲੋੜ ਕੀ ਆ? ਕਿਉਂ ਬਿੱਲ ਬਣਾਇਆ? ਜੇ ਆਪਾਂ ਮੰਡੀਆਂ ਇੰਬੋਲਿਸ਼ ਨਹੀਂ ਕਰਨੀਆਂ, ਜੇ ਆਪਾਂ MSP ਵੀ ਰੱਖਣੀ ਆ, ਤਾਂ ਫਿਰ ਇਹ ਬਿੱਲ ਦੀ ਤਾਂ ਸੈਂਸ ਨਹੀਂ ਬਣਦੀ। ਇਹ ਬਿੱਲ ਨੂੰ ਤਾਂ ਸਿੱਧਾ ਰੀਪੀਲ ਕਰਨਾ ਬਣਦਾ। ਇਹਦੇ 'ਚ ਕੀ ਸੰਸ਼ੋਧਨ ਹੋਊਗਾ ਕਿ ਅਸੀਂ ਪਹਿਲਾਂ ਬਿੱਲ ਪਾਸ ਕੀਤਾ ਸੀ, ਅਸੀਂ MSP ਖਤਮ ਕਰਤੀ ਸੀ, ਹੁਣ ਅਸੀਂ ਨਹੀਂ ਕਰ ਰਹੇ। ਪਹਿਲਾਂ ਅਸੀਂ ਮੰਡੀਆਂ ਖਤਮ ਕਰ ਦਿੱਤੀਆਂ ਸੀ, ਹੁਣ ਅਸੀਂ ਨਹੀਂ ਕਰ ਰਹੇ। ਕਿਉਂ? ਇਹ ਬਿੱਲ ਦੀ ਲੋੜ ਕੀ ਆ? ਬੜੀ ਛੋਟੀ ਜੀ ਗੱਲ ਹੈ, ਇੱਕ ਨੁਕਤਾ ਵਾ ਕਿ ਇਹ ਬਿੱਲ ਨੂੰ ਓਮਿਟ ਕਿਉਂ ਨਹੀਂ ਕੀਤਾ ਜਾ ਰਿਹਾ। ਅੱਛਾ ਰਿੰਟੂ ਜੀ, ਤੁਹਾਨੂੰ ਪਿਛਲੇ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਨੇ, ਅੰਦੋਲਨ ਰੇਲ ਵੀ ਰੋਕਿਆ ਪਹਿਲੇ, ਫਿਰ ਉੱਥੇ ਦਿੱਲੀ ਬੈਠੇ ਨੇ, ਕਿਉਂਕਿ ਹੁਣ ਤੁਹਾਨੂੰ BJP ਜਿਹੜੇ ਉਹਨਾਂ ਦੇ ਕੁਝ ਨੇਤਾ ਨੇ ਕੇਂਦਰ ਸਰਕਾਰ ਦੀ ਕਹਿਣ ਤੇ ਉਹ ਕਿਸਾਨਾਂ ਨੂੰ ਸਮਰਥਨ ਜਾਂ ਸਮਝਾਉਣ ਲਈ ਵਾਰਤਾ ਕਰ ਰਹੇ ਨੇ, ਪ੍ਰੈਸ ਕਾਨਫਰੰਸ ਵੀ ਕਰ ਰਹੇ ਨੇ। ਤੁਹਾਨੂੰ ਕੀ ਲੱਗਦਾ ਹੈ ਕਿ ਉਹਨਾਂ ਨੂੰ ਖੇਤੀ ਬਾਰੇ ਕੋਈ ਸਮਝ ਹੈ ਵੀ ਹੈ ਕਿ ਨਹੀਂ? ਮੈਂ ਇੱਕ ਸੈਕਿੰਡ ਬੰਦ ਕਰਨਾ। ਦੇਖੋ, ਇੱਕ ਗੱਲ ਸੁਣੋ ਮੇਰੀ ਜੀ, ਹੁਣ ਜਿਹੜੀ BJP ਜੋ ਕੋਸ਼ਿਸ਼ ਕਰ ਰਹੀ ਹੈ, ਚਾਹੇ ਪ੍ਰੈਸ ਕਾਨਫਰੰਸ ਕਰ ਲੇ, ਚਾਹੇ ਚੁਪਾਲ ਕਰ ਲੇ, ਦੇਖੋ ਦੇਸ਼ ਦਾ ਇੱਕ ਬੱਚਾ ਜਾਗ ਚੁੱਕਾ, ਇਸ ਗੱਲ ਨੂੰ ਸਮਝ ਚੁੱਕਾ।
ਔਰ ਇਹ ਮੋਦੀ ਸਾਹਿਬ ਨੂੰ ਅਕਲ ਤੋਂ ਕੰਮ ਲੈਣਾ ਚਾਹੀਦਾ ਕਿ ਤੁਸੀਂ ਸਿਰ ਤੋੜ ਲਗਾਤਾਰ ਕੋਸ਼ਿਸ਼ਾਂ ਕਰ ਲਈਆਂ। ਜੇ ਕੋਈ ਗੱਲ ਸਮਝਣ ਵਾਲੀ ਹੋਵੇ ਤੇ ਅਸੀਂ ਕੋਈ ਤੁਹਾਡੇ ਵਰਗੇ ਜਿੱਦੀ ਨਹੀਂ ਗੇ, ਅਸੀਂ ਸਾਰੇ ਕਿਸਾਨ ਸਮਝ ਜਾਂਦੇ ਕਿ ਤੁਹਾਡੀ ਗੱਲ ਦੇ ਵਿੱਚ ਦਮ ਹੈ। ਤੁਹਾਡੀ ਗੱਲ ਦੇ ਵਿੱਚ ਦਮ ਨਹੀਂ ਹੈ, ਤੁਹਾਡੀ ਗੱਲ ਦੇ ਵਿੱਚ ਝੂਠ ਹੈ, ਮਕਾਰੀ ਹੈ। ਤੁਸੀਂ ਸਿਰਫ ਆਪਣੀ ਹੰਕਾਰ, ਆਪਣੀ ਈਗੋ ਨੂੰ ਕਿ ਪ੍ਰਧਾਨ ਮੰਤਰੀ ਨੇ ਸਟੈਪ ਬੈਕ ਨਹੀਂ ਕਰਨਾ, ਉਸ ਚੀਜ਼ ਨੂੰ ਪ੍ਰੂਵ ਕਰਨ ਤੇ ਲੱਗੇ ਹੋ। ਤੁਹਾਡੀਆਂ ਗੱਲਾਂ, ਤੁਸੀਂ ਗਵਰਨਮੈਂਟ ਦੇ ਸਾਰੇ ਇਨਫਰਾਸਟ੍ਰਕਚਰ ਨੂੰ ਮਿਸਯੂਜ਼ ਕਰ ਰਹੇ ਹੋ। ਇਹਨਾਂ ਗੱਲਾਂ ਨਾਲ ਗੱਲ ਨਹੀਂ ਬਣਨੀ। ਅੱਜ ਤੁਹਾਡੇ ਉਹ ਨੇਤਾ, ਨੈਸ਼ਨਲ ਲੀਡਰ, ਸਟੇਟ ਲੀਡਰ ਬੀਜੇਪੀ ਦੇ, ਜਿਹੜੇ ਕਦੀ ਕੌਂਸਲਰ ਵੀ ਨਹੀਂ ਜਿੱਤ ਪਾਏ, ਉਹ ਲੋਕਾਂ ਨੂੰ ਸਮਝਾਉਣ ਜਾਂਦੇ ਆ ਜਿਨ੍ਹਾਂ 'ਚ ਲੋਕਾਂ ਦਾ ਪਹਿਲਾਂ ਵਿਸ਼ਵਾਸ ਨਹੀਂ ਹੈਗਾ। ਜੇ ਲੋਕੀ ਉਹਨਾਂ ਦੀ ਕੋਈ ਕ੍ਰੈਡੀਬਿਲਿਟੀ ਹੁੰਦੀ, ਲੋਕੀ ਉਹਨਾਂ ਨੂੰ ਮੰਨਦੇ ਹੁੰਦੇ ਤੇ ਉਹਨਾਂ ਨੂੰ ਕੌਂਸਲਰ ਹੀ ਬਣਾ ਦਿੰਦੇ। ਠੀਕ ਹੈ, ਉਹਨਾਂ ਨੂੰ ਅੱਜ ਨੈਸ਼ਨਲ ਲੈਵਲ 'ਤੇ ਲੀਡਰ ਪਹੁੰਚੇ ਨੇ, ਪਰ ਉਹਨਾਂ ਦੀ ਲੋਕਾਂ ਦੇ ਵਿੱਚ ਕੀ ਹਾਲਾਤ ਨੇ? ਬੀਜੇਪੀ ਦੇ ਰਹਿਮੋ ਕਰਮ 'ਤੇ ਉਹ ਪਹੁੰਚੇ ਨੇ, ਉਹ ਆਪਣੀ ਆਕਾ ਦਾ ਹੁਕਮ ਵਜਾ ਰਹੇ ਨੇ, ਉਹ ਜੋ ਕਹਿੰਦੇ ਨੇ ਉਹ ਕਰ ਰਹੇ ਨੇ। ਪਰ ਇਹਨਾਂ ਨੂੰ ਕਹੋ ਲੋਕਾਂ 'ਚ ਜਾਓ, ਲੋਕੀ ਤੁਹਾਡੀ ਗੱਲ ਸੁਣਨੀ ਤੇ ਬੜੀ ਦੂਰ ਦੀ ਗੱਲ। ਲੋਕੀ ਤੁਹਾਨੂੰ ਹੁਣ ਇੰਨੇ ਕਿ ਤੁਹਾਨੂੰ ਲੋਕਾਂ ਨੂੰ ਅਨਾਇਡ ਕਰ ਲਿਆ ਕਿ ਤੁਸੀਂ ਲੋਕਾਂ 'ਚ ਜਾਓਗੇ ਤੇ ਤੁਹਾਨੂੰ ਪਤਾ ਹੀ ਹੈ ਕਿ ਤੁਹਾਡਾ ਕੀ ਉੱਥੇ ਸਤਿਕਾਰ ਹੁੰਦਾ। ਇਸ ਕਰਕੇ ਮੇਰੀ ਇਹਨਾਂ ਨੂੰ ਅਪੀਲ ਹੈ ਕਿ ਇਹ ਆਪਣੇ ਆਕਾ ਨੂੰ ਖੁਸ਼ ਕਰਨ ਦੀ ਬਜਾਏ, ਅੱਜ ਪਾਰਟੀਆਂ ਦੀ ਗੱਲ ਨਹੀਂ, ਮੈਂ ਇੱਥੇ ਧਰਨਾ ਦੇ ਰਿਹਾ, ਅੱਜ ਪਾਰਟੀ ਦਾ ਕੋਈ ਨਾ ਸਿੰਬਲ ਹੈ, ਨਾ ਕਿਸੇ ਲੀਡਰ ਦੀ ਫੋਟੋ ਆ, ਨਾ ਕੋਈ ਝੰਡਾ। ਅੱਜ ਅਸੀਂ ਕਿਸਾਨ ਦੇ ਨਾਲ, ਅੱਜ ਕਿਸਾਨੀ ਦੀ ਗੱਲ, ਅੱਜ ਦੇਸ਼ ਦੀ ਗੱਲ ਹੈ, ਅੱਜ ਦੇਸ਼ ਦੇ ਭਵਿੱਖ ਦੀ ਗੱਲ ਹੈ। ਅੱਜ ਮੇਰੀ ਇਹਨਾਂ ਨੇਤਾਵਾਂ ਨੂੰ ਅਪੀਲ ਆ ਕਿ ਅੱਜ ਇਹ ਚਮਚਾਗਿਰੀ ਬੰਦ ਕਰ ਲਓ। ਅੱਜ ਦੇਸ਼ ਨਾਲ ਖਲੋ ਜਾਓ, ਅੱਜ ਦੇਸ਼ ਦੇ ਕਿਸਾਨ ਨਾਲ ਖਲੋ ਜਾਓ। ਸਾਰੀ ਉਮਰ ਲਈ ਤੁਹਾਡਾ ਮੁੱਲ ਪੈ ਜਾਊਗਾ। ਜੇ ਤੁਸੀਂ ਅੱਜ ਆਪਣੇ ਅਕਾਵਾਂ ਦੀਆਂ ਜੁੱਤੀਆਂ ਚੱਟਦੇ ਰਹੇ ਤੇ ਨਾ ਤੁਸੀਂ ਘਰ ਦੇ ਰਹਿਣਾ, ਨਾ ਘਾਟਦੇ ਰਹਿਣਾ, ਲੋਕੀ ਤੁਹਾਨੂੰ ਪੰਜਾਬ 'ਚ ਰਹਿਣ ਨਹੀਂ ਦੇਣਗੇ, ਮਜਬੂਰ ਕਰ ਦੇਣਗੇ, ਤੁਹਾਨੂੰ ਇੱਥੇ ਵੜਨਾ ਮਜਬੂਰ ਕਰ ਦੇਣਗੇ। ਰਿੰਟੂ ਜੀ, ਅੱਜ ਇਹ ਗੱਲ ਸਾਹਮਣੇ ਆਈ, ਇੱਕ ਸੋਸ਼ਲ ਮੀਡੀਆ ਤੇ ਬੀਜੇਪੀ ਵੱਲੋਂ ਪੋਸਟ ਕੀਤੀ ਜਾਂਦੀ ਹੈ, ਹਰਪ੍ਰੀਤ ਸਿੰਘ ਕਿਸਾਨ ਹੈ ਹੁਸ਼ਿਆਰਪੁਰ ਦਾ, ਉਹ ਕੀਤਾ ਜਾਂਦਾ ਵੀ ਇਹ ਬਹੁਤ ਇਹ ਜੀ ਕਿੰਨਾ ਖੁਸ਼ ਹੈ ਇਹਨਾਂ ਬਿੱਲਾਂ ਨੂੰ। ਉਹ ਕਿਸਾਨ ਲਗਾਤਾਰ ਪਿਛਲੇ ਪਹਿਲੇ ਦਿਨ ਤੋਂ ਜਿੱਦਣ ਸੰਘਰਸ਼ ਦਿੱਲੀ 'ਚ ਹੋ ਰਿਹਾ ਉੱਥੇ ਬੈਠਾ ਹੋਇਆ ਦਸੰਬਰ ਦਾ, ਤੇ ਅੱਜ ਉਹਨੇ ਵੀ ਕਿਹਾ ਇਹ ਸਾਰਾ ਜਿਹੜਾ ਕੇਂਦਰ ਸਰਕਾਰ ਜੋ ਕਰ ਰਹੀ, ਪਰਪੰਚ ਰਚ ਰਹੀ ਹੈ, ਸਭ ਝੂਠ ਹੈ। ਤੇ ਤੁਹਾਨੂੰ ਕੀ ਲੱਗਦਾ ਕਿ ਹੁਣ ਇਹ ਝੂਠ ਦਾ ਸਹਾਰਾ ਲੈਣ ਲੱਗ ਪਏ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ? ਦੇਖੋ, ਇੱਕ ਗੱਲ ਮੈਂ ਇੱਥੇ ਇਹਨੂੰ ਥੋੜਾ ਗੱਲ ਲੰਮੀ ਨਹੀਂ ਕਰਦਾ ਕਿ ਇਹਨਾਂ ਨੇ ਇੱਕ ਨਾ ਬਹੁਤ ਸਰਕਾਰੀ ਪੈਸਾ ਖਰਚ ਕੇ ਅੱਜ ਜੋ ਹੋ ਰਿਹਾ ਤੁਹਾਨੂੰ ਵੀ ਪਤਾ। ਅੱਜ ਇਹਨਾਂ ਨੇ ਬਹੁਤ ਵੱਡਾ ਇੱਕ ਸੋਸ਼ਲ IT ਵਿੰਗ ਬਣਾਇਆ ਸੀਗਾ, ਜਿਸ 'ਚ ਸੋਸ਼ਲ ਮੀਡੀਆ ਦਾ ਬਹੁਤ ਜ਼ਿਆਦਾ ਮਿਸਯੂਜ਼ ਕੀਤਾ, ਔਰ ਉਹਦੇ 'ਚ ਲੱਖਾਂ ਲੋਕ ਇਹਨਾਂ ਨੇ ਲਾਏ ਜਿਹੜੇ ਇਹਨਾਂ ਦਾ ਝੂਠਾ ਪ੍ਰਚਾਰ ਕਰ ਰਹੇ ਨੇ। ਇਹਨਾਂ ਨੇ ਕਿਸਾਨਾਂ ਨੂੰ ਅੰਡਰਮਾਈਨ ਕਰ ਲਿਆ, ਇਹ ਸਮਝ ਕੇ ਕਿ ਸ਼ਾਇਦ ਅਸੀਂ ਸਾਰਾ ਕੁਝ ਲੋਕਾਂ ਦੀ ਸੋਚ ਜੋ ਲਿਖ ਕੇ ਭੇਜ ਦਾਂਗੇ ਲੋਕੀ ਸਮਝ। ਅੱਜ ਸਾਰੀ ਦੇਸ਼ ਦੀ ਪਾਪੂਲੇਸ਼ਨ ਕਿਸਾਨਾਂ ਨਾਲ ਜੁੜੀ ਆ, ਕਿਸਾਨ ਇਸ ਦੇਸ਼ ਨੂੰ ਚਲਾ ਰਹੇ ਨੇ। ਤੁਹਾਡਾ ਮੀਡੀਆ, ਤੁਹਾਡੀਆਂ ਸਰਕਾਰਾਂ, ਤੁਹਾਡੇ ਰੇਲ, ਤੁਹਾਡੇ ਜਹਾਜ਼, ਇਹ ਲੋਕਾਂ ਦੇ ਸਿਰ ਤੇ ਚੱਲਦੇ ਨੇ। ਅੱਜ ਉਹ ਕਿਸਾਨ ਨੇ ਆਪਣਾ IT ਵਿੰਗ ਬਣਾ ਲਿਆ, ਅੱਜ ਉਹ ਕਿਤੇ ਤੁਹਾਡੇ ਤੋਂ ਵੱਧ ਉਹਨਾਂ ਦਾ ਜਿਹੜਾ IT ਵਿੰਗ ਹੈ ਉਹ ਸਟਰੋਂਗ ਆ। ਅੱਜ ਕਰੋੜਾਂ ਦੇ ਤਾਦਾਦ 'ਚ ਰੋਜ਼ ਲੋਕ ਉਹਨਾਂ ਨਾਲ ਜੁੜ ਰਹੇ ਹੋ, ਤੁਹਾਡਾ ਝੂਠ ਉੱਤੇ ਕਿੱਦਾਂ ਚੱਲੇਗਾ? ਅੱਜ ਜਿਹੜੇ ਸੋਹਣੇ ਜਿਹੇ ਕਿਸਾਨ ਦੀ ਤੁਸੀਂ ਫੋਟੋ ਵੇਖ ਲਈ ਕਿ ਉਹ ਬੜਾ ਖੁਸ਼ਹਾਲ ਆ, ਤੁਸੀਂ ਇੱਕ ਫੋਟੋ ਕਿਤੇ ਉਹ ਸੋਸ਼ਲ ਮੀਡੀਆ ਤੋਂ ਲਾ ਕੇ ਲਾ ਦਿੱਤੀ, ਉਹਦੀ ਪਰਖ ਤੇ ਕਰ ਲੈਂਦੇ ਕਿ ਉਹ ਕਿਸਾਨ ਕੌਣ ਹੈ। ਉਹ ਤੇ ਲਗਾਤਾਰ ਕਿਸਾਨ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਦੇ ਰਿਹਾ, ਔਰ ਤੁਸੀਂ ਆਪਣੇ ਸੋਸ਼ਲ ਮੀਡੀਆ ਤੇ ਉਹਦੀ ਫੋਟੋ ਪੋਸਟ ਕਰ ਰਹੇ ਹੋ। ਅੱਜ ਬੀਜੇਪੀ ਬੜੀ ਬੁਰੀ ਤਰ੍ਹਾਂ ਐਕਸਪੋਜ਼ ਹੋਈ ਹੈ। ਬੀਜੇਪੀ ਅਕਾਲੀ ਦਲ ਦੀ ਰਾਜਨੀਤੀ ਰਹੀ ਹੈ ਲੋਕਾਂ ਨੂੰ ਧਰਮ ਦੇ ਨਾਂ 'ਤੇ ਲੜਾਉਣ ਦੀ, ਭਰਾਵਾਂ ਨੂੰ ਆਪਸ 'ਚ ਲੜਾਉਣ ਦੀ ਤੇ ਰਾਜ ਕਰਨ ਦੀ। ਇਹਨਾਂ ਦੀ ਵੇਖੋ, ਇੱਕ ਦੀ ਰਾਜਨੀਤੀ ਦੱਖਣ ਦੀ ਹੈ, ਇੱਕ ਦੀ ਪੱਛਮ ਦੀ ਹੈ, ਫਿਰ ਇਕੱਠੇ ਹੋ ਜਾਂਦੇ ਜਦੋਂ ਸਰਕਾਰ ਬਣਾਉਣੀ ਹੁੰਦੀ ਹੈ। ਇੱਕ ਪੰਥ ਦੀ ਗੱਲ ਕਰਦਾ, ਇੱਕ ਹਿੰਦੂਇਜ਼ਮ ਦੀ ਗੱਲ ਕਰਦਾ। ਇਹ ਦੋਵੇਂ ਬੜੀਆਂ ਮਕਾਰ ਪਾਰਟੀਆਂ ਨੇ, ਇਹ ਭਰਾਵਾਂ ਨੂੰ ਲੜਾਉਂਦੀਆਂ ਨੇ। ਪਰ ਖੁਸ਼ਕਿਸਮਤੀ ਅਸੀਂ ਲੱਕੀ ਹਾਂ ਕਿ ਅੱਜ ਸਾਡੇ ਬੱਚੇ ਪੜ੍ਹ ਲਿਖ ਕੇ ਆਏ ਨੇ, ਅੱਜ ਅਸੀਂ ਸਾਰੇ ਜਾਗਰੂਕ ਹੋ ਚੁੱਕੇ ਹਾਂ। ਅੱਜ ਅਸੀਂ ਇਹਨਾਂ ਦੀਆਂ ਕੁਝ ਹਰਕਤਾਂ 'ਚ ਨਹੀਂ ਆਉਂਦੇ, ਇਹਨਾਂ ਦੇ ਹਰ ਝੂਠ ਦਾ ਪਰਦਾਫਾਸ਼ ਅਸੀਂ ਹੁਣ ਕਿਸਾਨ ਲੋਕ ਕਰਾਂਗੇ, ਔਰ ਬੀਜੇਪੀ ਦਾ ਅਸਲੀ ਚਿਹਰਾ ਲੋਕਾਂ ਸਾਹਮਣੇ ਆਏਗਾ। ਲੋਕੀ ਇਹਨਾਂ ਦੀਆਂ ਕੁਝ ਹਰਕਤਾਂ 'ਚ ਨਹੀਂ ਆਉਣਗੇ। ਅੱਜ ਹਰ ਗੱਲ ਦੇ ਉੱਤੇ ਐਕਸਪੋਜ਼ ਹੋਏ ਨੇ, ਚਾਹੇ ਇਹਨਾਂ ਨੇ ਕਾਨੂੰਨਾਂ ਨੂੰ ਸਹੀ ਦੱਸਣ ਦੀ ਕੋਸ਼ਿਸ਼ ਕੀਤੀ ਔਰ ਬਾਅਦ ਦੇ ਵਿੱਚ ਇਹ ਮੰਨ ਗਏ ਕਿ ਨਹੀਂ ਗਲਤ ਨੇ, ਅਸੀਂ ਸੰਸ਼ੋਧਨ ਕਰਦੇ ਨੇ। ਇਹਨਾਂ ਸਾਰੀਆਂ ਗਲਤੀਆਂ ਮੰਨ ਰਹੇ ਨੇ, ਪਰ ਇਹਨਾਂ ਦਾ ਹੰਕਾਰ, ਇਹਨਾਂ ਦੀ ਈਗੋ ਆੜੇ ਆ ਰਹੀ ਆ ਕਿ ਅਸੀਂ ਵਪਾਰੀਆਂ ਦੇ ਕਿਹਾ ਨਹੀਂ ਸੀ ਹਟੇ, ਅਸੀਂ ਮਜ਼ਦੂਰਾਂ ਦੇ ਕਿਹਾ ਨਹੀਂ ਸੀ ਹਟੇ, ਅਸੀਂ ਕਾਰਖਾਨੇਦਾਰਾਂ ਦੇ ਕਿਹਾ ਨਹੀਂ ਹਟੇ, ਅੱਜ ਕਿਸਾਨਾਂ ਦੇ ਕਿਹਾ ਹਟ ਜਾਵਾਂਗੇ। ਪਰ ਇਹਨਾਂ ਨੂੰ ਇਹ ਵਹਿਮ ਆ। ਕਿਸਾਨ ਨੇ ਇਤਿਹਾਸ 'ਚ ਦੋ ਵਾਰੀ ਸਿਰਫ ਸੰਘਰਸ਼ ਕੀਤਾ, ਤੇ ਜਦੋਂ ਵੀ ਕੀਤਾ ਉਹਦੇ 'ਚ ਜੇਤੂ ਹੋ ਕੇ ਨਿਕਲੇ ਨੇ ਔਰ ਜਾਇਜ਼ ਮੰਗਾਂ ਮੰਨੀਆਂ। ਕਦੀ ਕਿਸਾਨ ਹੈਬਚੁਅਲ ਸੜਕਾਂ 'ਤੇ ਨਹੀਂ ਆਉਂਦੇ। ਇਹ ਇਸ ਦੇਸ਼ ਨੂੰ ਖੜਿਆਂ ਕਰਨ ਦੇ ਵਿੱਚ ਕਿਸਾਨ ਦਾ ਬੜਾ ਵੱਡਾ ਯੋਗਦਾਨ ਹੈ। ਕਿਸਾਨ ਇਸ ਦੇਸ਼ ਭਗਤ ਹੈ। ਅੱਜ ਕਿਸਾਨਾਂ ਨੂੰ ਤੁਸੀਂ ਅੱਤਵਾਦੀ, ਵੱਖਵਾਦੀ ਦੱਸੋਗੇ, ਨਕਸਲਵਾਦੀ ਦੱਸੋਗੇ, ਤੁਹਾਨੂੰ ਮੂੰਹ ਦਿਖਾਣੀ ਪਏਗੀ। ਕਿਸਾਨ ਤੋਂ ਵੱਡਾ ਦੇਸ਼ ਭਗਤ ਕੌਣ ਹੈ? ਅੱਜ ਅਸੀਂ ਜਿੱਥੇ ਦੇਸ਼ ਦੇ ਅਨਾਜ ਦੇ ਭੰਡਾਰ ਭਰ ਰਹੇ ਹਾਂ,
ਉੱਥੇ ਸਾਡੇ ਜਿਹੜੇ ਬੱਚੇ ਨੇ ਉਹ ਦੇਸ਼ ਦੀਆਂ ਸਰਹੱਦਾਂ ਦੇ ਉੱਤੇ ਦੇਸ਼ ਦੀ ਸੁਰੱਖਿਆ ਲਈ, ਰੱਖਿਆ ਲਈ, ਦੇਸ਼ ਦੀ ਆਨ ਸ਼ਾਨ ਦੇ ਲਈ ਆਪਣੀ ਛਾਤੀ 'ਚ ਗੋਲੀਆਂ ਖਾ ਰਹੇ, ਪਿੱਠ 'ਚ ਤਾਂ ਨਹੀਂ ਨਾ ਖਾ ਕੇ ਆਉਂਦੇ ਪੰਜਾਬ ਵਾਲੇ। ਔਰ ਕਿੱਥੇ ਹਰ ਜਿੱਥੇ ਵੀ ਕੋਈ ਟੈਂਸ ਸਿਚੁਏਸ਼ਨ ਹੈ ਉੱਥੇ ਸਾਡੇ ਪੰਜਾਬ ਦੇ ਜਿਹੜੇ ਸਾਡੇ ਜਵਾਨ ਨੇ ਉਹਨਾਂ ਦੀ ਡਿਊਟੀ ਲੱਗਦੀ ਹੈ। ਔਰ ਰੋਜ਼ ਤੁਸੀਂ ਇੱਥੇ ਵਹਿੰਦੇ ਜੇ ਕਿੱਦਾਂ ਲੋਕੀ ਸ਼ਹੀਦ ਹੋ ਕੇ ਸਾਡੇ ਬੱਚੇ ਆਉਂਦੇ, ਤੁਸੀਂ ਸੰਸਕਾਰਾਂ 'ਤੇ ਜਾਂਦੇ ਔਰ ਉਹਨਾਂ ਨੂੰ ਅੱਜ ਅੱਤਵਾਦੀ ਵੱਖਵਾਦੀ ਕਹਿ ਦੇਣਾ ਇਸ ਤੋਂ ਵੱਡੀ ਇਸ ਸਰਕਾਰ ਵਾਸਤੇ ਜਾਂ ਜਿਹੜੇ ਇਹਨਾਂ ਦੇ ਨੈਸ਼ਨਲ ਜਾਂ ਸਟੇਟ ਲੀਡਰ ਨੇ ਸੋ ਕਾਲਡ, ਉਹ ਬੜੀ ਬਦਕਿਸਮਤੀ ਦੀ ਹੈ। ਰਿੰਟੂ ਜੀ, ਇੱਕ ਮੇਰਾ ਅਖੀਰ ਸਵਾਲ ਹੈ ਆਖਰੀ ਕਿ ਇਹ ਤੁਹਾਨੂੰ ਕੀ ਲੱਗਦਾ ਇਹ ਕਾਨੂੰਨ ਜਿਹੜੇ ਬਣਾਏ ਗਏ ਤਿੰਨੇ ਇਹ ਸਰਕਾਰ ਨੇ ਬਣਾਏ ਨਹੀਂ, ਇਹਨਾਂ ਨੂੰ ਕਾਰਪੋਰੇਟ ਘਰਾਣਿਆਂ ਨੇ ਇੱਕ ਫਾਈਲ ਤਿਆਰ ਕਰਕੇ ਦੇ ਦਿੱਤੀ ਤੇ ਇਹਨਾਂ ਨੇ ਇੱਕ ਕੋਈ ਵੀ ਅਧਿਵੇਸ਼ਨ ਨਹੀਂ ਬੁਲਾਇਆ ਤੇ ਬੈਕਡੋਰ ਤੋਂ ਐਂਟਰੀ ਕਰਾ ਕੇ ਉਹਨੂੰ ਪਾਸ ਕਰਕੇ ਤੇ ਲਾਗੂ ਕਰਤਾ ਸਰਕਾਰ ਦੇ, ਜਦ ਕਿ ਇਹਦੇ ਤੇ ਪੂਰੀ ਘੋਖ ਹੋਣੀ ਚਾਹੀਦੀ ਸੀ। ਕਿਸਾਨ ਸੰਗਠਨਾਂ ਨੂੰ ਬੁਲਾਉਣਾ ਚਾਹੀਦਾ ਸੀ, ਵਿਪਕਸ਼ ਦੀ ਪੂਰੀ ਰਾਏ ਲੈਣੀ ਚਾਹੀਦੀ ਸੀ। ਦੇਖੋ, ਜਦੋਂ ਮੈਂ ਅੱਗੇ ਵੀ ਇਹ ਗੱਲ ਕਹਿ ਚੁੱਕਾ ਕਿ ਇੱਕ ਡੈਮੋਕ੍ਰੈਟਿਕ ਸੈਟਅਪ ਹੈ, ਅਸੀਂ ਚੁਣ ਕੇ ਸਰਕਾਰਾਂ ਬਣਾਉਂਦੇ, ਲੋਕਾਂ ਦੀ ਸ਼ਕਤੀ ਨਾਲ ਬਣਦੀਆਂ। ਜਦੋਂ ਉਹ ਬੰਦਾ ਆਪਣੇ ਆਪ ਨੂੰ ਡਿਕਟੇਟਰ ਸਮਝਣ ਬਹਿ ਜੇ ਔਰ ਚੰਦ ਘਰਾਣਿਆਂ ਨੂੰ ਸਰਕਾਰ ਦੇ ਵਿੱਚ ਇਨਵੋਲਵ ਕਰਕੇ ਸਾਰੇ ਫਾਇਦੇ ਉਹਨਾਂ ਨੂੰ ਦਿੱਤੇ ਜਾਣ, ਇਹ ਦੇਸ਼ ਉਹਨਾਂ ਨੂੰ ਇਹ ਇੱਦਾਂ ਜੋ ਗੁਲਾਮ ਕਰਨਾ, ਕਦੀ 30% ਕਦੀ 70%, ਤੇ ਇੱਕੋ ਵਾਰੀ ਈਸਟ ਇੰਡੀਆ ਕੰਪਨੀ ਦਾ ਟੈਗ ਲਾ ਦਿਓ ਮੁਲਕ ਤੇ, ਉਹਨਾਂ ਨੂੰ ਆਪਾਂ ਇੱਕੇ ਦਿਨ ਲਿਖ ਕੇ ਦੇ ਦਈਏ। ਆਪਾਂ ਇੱਦਾਂ ਕਿਉਂ ਮੁਲਕ ਨੂੰ ਰੋਜ਼ ਤੋੜ ਰਹੇ ਹਾਂ? ਇਹ ਤੇ ਬੱਚੇ ਨੂੰ ਸਮਝ ਆ ਗਈ ਕਿ ਇਹ ਸਰਕਾਰ ਉਹਨਾਂ ਦੇ ਹੱਥਾਂ 'ਚ ਵਿਕੀ ਆ, ਉਹਨਾਂ ਦੇ ਜਹਾਜ਼ ਵਰਤਦੀ ਆ, ਉਹਨਾਂ ਦੇ ਨਾਲ ਯਾਰੀਆਂ ਪਕਾਉਂਦੇ ਨੇ। ਇਹ ਉਹਨਾਂ ਘਰਾਣਿਆਂ ਨੂੰ ਹੀ ਫਾਇਦਾ ਪਹੁੰਚਾਉਣ 'ਤੇ ਲੱਗੇ ਨੇ। ਪ੍ਰਾਈਵੇਟ ਜਿੰਨੇ ਵੀ ਹਰ ਪ੍ਰਾਈਵੇਟਾਈਜੇਸ਼ਨ ਕੀਤਾ ਜਾ ਰਿਹਾ ਔਰ ਇਹ ਜਿਹੜੇ ਦੇਸ਼ ਦੇ ਚੰਦ ਵਪਾਰਕ ਘਰਾਣੇ ਨੇ, ਹਰ ਚੀਜ਼, ਹਰ ਪਾਲਿਸੀ, ਹਰ ਕਾਨੂੰਨ ਉਹਨਾਂ ਦੀ ਸਹੂਲਤ ਲਈ ਬਣਾਇਆ ਜਾ ਰਿਹਾ। ਦੇਸ਼ ਦੀ ਜਨਤਾ ਦੇ ਹੱਥਾਂ ਦੀ ਕਿਤੇ ਗੱਲ ਨਹੀਂ ਕੀਤੀ ਜਾ ਰਹੀ, ਇਹ ਦੇਸ਼ ਨੂੰ ਤੋੜਿਆ ਜਾ ਰਿਹਾ, ਇਹ ਦੇਸ਼ ਨੂੰ ਬਰਬਾਦ ਕੀਤਾ ਜਾ ਰਿਹਾ। ਇਹਦੀ ਇਕਨੋਮੀ ਦਾ ਸੈਕਟਰ ਤੁਹਾਨੂੰ ਮੈਂ ਜਿੱਦਾਂ ਅੱਗੇ ਕਹਿ ਚੁੱਕਾ ਕਿ ਮਾਈਨਸ GDP ਜਿਹੜੀ ਉਹ -23% ਇਹ ਸਰਕਾਰ ਲੈ ਕੇ ਗਈ ਹੈ। ਇਹ ਸਿਰਫ ਇਹਨਾਂ ਦੀ ਇੱਕ ਮੈਲਾਫਾਈਡ ਇੰਟੈਂਸ਼ਨ ਜਿਹੜੀ ਵਪਾਰਕ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਦੀ ਔਰ ਮੰਦਬੁੱਧੀ ਬੇਵਕੂਫ ਲੋਕ ਜਿਹੜੇ ਨੇ ਦੇਸ਼ ਨੂੰ ਚਲਾ ਰਹੇ ਨੇ। ਇਹ ਬੜੀ ਵੱਡੀ ਇੱਕ ਸਾਡੀ ਬਦਕਿਸਮਤੀ ਹਿੰਦੁਸਤਾਨੀਆਂ ਦੀ। ਅੱਜ ਤੁਸੀਂ ਵੇਖੋ, ਕਹਿਣ ਨੂੰ ਜੋ ਮਰਜ਼ੀ ਬਕਵਾਸ ਤੁਸੀਂ ਇਹ ਕਰੀ ਜਾਂਦੇ ਨੇ, ਪਰ ਜੋ ਹਾਲਾਤ ਗਰਾਊਂਡ ਤੇ ਬਣੇ ਨੇ, ਅੱਜ ਕਿਹੜਾ ਸੈਕਟਰ ਹੈ ਕਿਸੇ ਨੂੰ ਪੁੱਛ ਲਓ ਕਿ ਅੱਜ ਕਿਹੜਾ ਵਰਗ ਸੁੱਖ ਦੀ ਰੋਟੀ ਖਾ ਰਿਹਾ? ਇੰਡਸਟਰੀ ਤਰੱਕੀ ਕਰ ਰਹੀ ਹੈ, ਕਿਸਾਨੀ ਕਰ ਰਹੀ, ਮਜ਼ਦੂਰ ਕਰ ਰਿਹਾ। ਅੱਜ ਸਾਰੇ ਵਰਗਾਂ ਦਾ ਸਤਿਆਨਾਸ਼ ਕਰ ਦਿੱਤਾ। ਤੁਸੀਂ ਕੁਝ ਹੋਰ ਕਹਿਣਾ ਚਾਹੋ? ਬਸ ਮੈਂ ਇਹੀ ਕਹਿਣਾ ਚਾਹਾਂਗਾ ਕਿ ਮੋਦੀ ਸਾਹਿਬ ਆਪਣਾ ਹੰਕਾਰ ਛੱਡੋ ਔਰ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੇ ਤੁਸੀਂ ਸਮਝ ਵੀ ਗਏ ਜੇ, ਆਪਣੇ ਹੰਕਾਰ ਨੂੰ ਤਿਆਗੋ, ਈਗੋ ਨੂੰ ਤਿਆਗੋ, ਕਿਸਾਨਾਂ ਦੇ ਵਿੱਚ ਸਿੱਧੇ ਜਾਓ, ਉਹਨਾਂ ਨੂੰ ਜਾ ਕੇ ਕਹੋ ਕਿ ਜੋ ਹੋਇਆ ਗਲਤ ਹੋਇਆ, ਅਸੀਂ ਸਾਰੇ ਕਾਨੂੰਨ ਵਾਪਸ ਲੈਨੇ ਆ, ਦੇਸ਼ ਦੀ ਤਰੱਕੀ ਹੋਵੇ और देश जेड़ा वा वो दुनिया के नक्शे के उत्ते मोहरी कतार च आवे। धन्यवाद। हमारे साथ बात करने के लिए ये थे मेयर करमजीत सिंह रिंटू, जिन्होंने कहा है कि एक सुनियोजित तरीके के साथ देश को बेचा जा रहा है। किस धर्म धीरे धीरे करके अगर अमीर घरानों को सब कुछ देना है तो क्यों ना उन पर एक ही बार ईस्ट इंडिया का टैग लगा दिया जाए। हमारे साथ हैं सीनियर डिप्टी मेयर रमन बख्शी, इनसे बात करते हैं। आज यहाँ धरने पर के बैठे। रमन जी, ਤੁਹਾਨੂੰ ਕੀ ਲੱਗਦਾ है कि ਅੱਜ किसान दिवस ਤੇ ਤੁਸੀਂ ਇੱਥੇ ਕਿਉਂ ਬੈਠੇ ਹੋ? ਵੇਖੋ, ਅੱਜ ਕਿਸਾਨ ਦਿਵਸ ਆ ਤੇ ਅਸੀਂ ਜਿਹੜਾ ਅੰਦੋਲਨ ਕਿਸਾਨਾਂ ਦਾ ਅੰਦੋਲਨ ਅੱਜ ਇੱਕ ਸਮਾਜਿਕ ਅੰਦੋਲਨ ਬਣ ਚੁੱਕਾ ਆ, ਜਿਹੜਾ ਪੰਜਾਬ ਤੋਂ ਚੱਲਿਆ ਸੀ ਤੇ ਅੱਜ ਉਹਦੀ ਗੂੰਜ UNO ਤੱਕ ਦੁਨੀਆ ਦੇ ਲਗਭਗ ਸਾਰੀਆਂ ਜਿਹੜੇ ਅੰਬੈਸੀਆਂ ਆ ਉੱਥੋਂ ਤੱਕ ਪਹੁੰਚ ਚੁੱਕੀ। ਉੱਥੇ ਧਰਨੇ ਪ੍ਰਦਰਸ਼ਨ ਹੋ ਰਹੇ ਆ। ਅਸੀਂ ਉਸ ਦੇ ਵਾਸਤੇ ਅੱਜ ਕਰਮਜੀਤ ਸਿੰਘ ਰਿੰਟੂ ਜਿਹੜੇ ਸਾਡੇ ਮੇਅਰ ਆ ਤੇ ਨਾਲ 85 ਕਾਉਂਸਲਰ ਇੱਕ ਦਿਨ ਦੇ ਧਰਨੇ ਤੇ ਬੈਠੇ ਆ, ਨਾਲ ਭੁੱਖ ਹੜਤਾਲ ਆ। ਉਹਦੇ ਵਿੱਚ ਅਸੀਂ ਉਹਨਾਂ ਨੂੰ ਸੁਨੇਹਾ ਦੇਣਾ ਚਾਹੁੰਦੇ, ਉਹਨਾਂ ਦੇ ਸਮਰਥਨ 'ਚ ਇਹ ਗੱਲ ਉਹਨਾਂ ਨੂੰ ਦੱਸਣੀ ਚਾਹੁੰਦੇ ਆ ਵੀ ਜਿੱਥੇ ਦਿਹਾਤ ਦੇ ਵਿੱਚ ਉਹਨਾਂ ਨੂੰ ਜਿੰਨਾ ਸਮਰਥਨ ਹੈ ਉਹ ਤੋਂ ਉਨਾ ਹੀ ਸਮਰਥਨ ਸ਼ਹਿਰਾਂ ਦੇ ਵਿੱਚ ਆ, ਕਿਉਂਕਿ ਇਸ ਅੰਦੋਲਨ ਜਿਹੜਾ ਸਾਰੇ ਫਿਰਕਿਆਂ ਦਾ ਬਣ ਚੁੱਕਾ, ਸਾਰੇ ਧਰਮਾਂ ਦਾ ਬਣ ਚੁੱਕਾ, ਸਾਰੇ ਸੈਲੀਬ੍ਰਿਟੀ ਇਸ ਅੰਦੋਲਨ 'ਚ, ਜਿੰਨੇ IAS ਅਫਸਰ ਰਿਟਾਇਰ ਹੋਏ ਆ ਵੱਡੇ ਵੱਡੇ ਉਹ ਵੀ ਇਸ ਅੰਦੋਲਨ 'ਚ। ਉਸ ਤਰੀਕੇ ਨਾਲ ਅਸੀਂ ਆਪਣੇ ਕਾਉਂਸਲਰ ਜਮਾਤ ਜਿਹੜੀ ਸਾਡੀ ਆ ਪੂਰੀ ਦੀ ਪੂਰੀ ਉਹਨਾਂ ਦੇ ਨਾਲ ਆ। ਰਮਨ ਜੀ, ਕਿਸਾਨ ਕਹਿ ਰਹੇ ਲਗਾਤਾਰ ਵੀ ਜਿਹੜੇ ਅੰਬਾਨੀ ਅਡਾਨੀ ਦੇ ਪ੍ਰੋਡਕਟਸ ਦਾ ਬਾਈਕਾਟ ਕਰੋ, ਕੋਈ ਐਸਾ ਪ੍ਰਸਤਾਵ ਲੈ ਕੇ ਆਏ ਕਿ ਕਾਂਗਰਸ ਹਾਊਸ ਦੀ ਮੀਟਿੰਗ 'ਚ ਵੀ ਇਹਨਾਂ ਦੇ ਜਿਹੜੇ ਜੀਓ ਦੇ ਜਿਹੜੇ ਸਿਮ ਨੇ ਆ ਉਹ ਜਾਂ ਇਹਨਾਂ ਦੇ ਜਿਹੜੇ ਪ੍ਰੋਡਕਟਾਂ ਦਾ ਬਾਈਕਾਟ ਕੀਤਾ ਜਾਵੇ? ਵੇਖੋ, ਸਾਰਾ ਕੁਝ ਹੋਊਗਾ, ਕੱਲਾ ਇਹੋ ਹੀ ਨਹੀਂ ਹੋਊਗਾ। ਮੈਨੂੰ ਯਾਦ ਆ 1985 ਦੇ ਵਿੱਚ ਜਦੋਂ ਜੀਆ ਹਲਕ ਦਾ ਪਾਕਿਸਤਾਨ 'ਚ ਬਹੁਤ ਕਹਿਰ ਸੀਗਾ ਤੇ ਲੋਕਤੰਤਰ ਦਾ ਬਹੁਤ ਜ਼ਿਆਦਾ ਘਾਣ ਹੋ ਰਿਹਾ ਸੀ, ਉਸ ਵੇਲੇ ਫੈਜ਼ ਅਹਿਮਦ ਫੈਜ਼ ਦੀ ਇੱਕ ਕਵਿਤਾ ਸੀ ਜਿਹੜੀ ਇਕਬਾਲ ਬਾਨੋ ਨੇ ਗਾਈ ਸੀ, ਹਮ ਦੇਖेंगे लाजम है कि हम देखेंगे वो दिन जिसका वादा था, हम महकूमों के पांव तले ये धरती दर दर धड़केगी, सब
बुत उठाए जाएंगे, मसदनों पे बिठाए जाएंगे, सब ताज उछाले जाएंगे, सब तख्त गिराए जाएंगे। ये दिन दूर नहींगा। ਕੱਲੇ ਤੁਸੀਂ ਸਿਮ ਕਾਰਡ ਕਹਿ ਰਹੇ ਜੇ, ਜਿਹੜਾ ਇਸ ਕਿਸਾਨ ਅੰਦੋਲਨ ਦੇ ਸਾਹਮਣੇ ਆਊਗਾ ਉਹਨਾਂ ਦਾ ਜਿਹੜਾ ਆ ਸਾਰਾ ਕੁਝ ਬੰਦ ਕਰਤਾ ਜਾਊਗਾ। ਜਿਹੜਾ ਮੈਂ ਤੁਹਾਡੇ ਚੈਨਲ ਤੇ ਕਹਿਣਾ ਨਹੀਂ ਚਾਹੁੰਦਾ, ਇਹ ਆ ਵੀ ਇਸ ਅੰਦੋਲਨ ਦੀ ਲੋਕ ਆਵਾਜ਼ ਆ, ਇਹਨੂੰ ਸਮਝਣਾ ਚਾਹੀਦਾ। ਮੋਦੀ ਜਦੋਂ ਸਮਝ ਜੂਗਾ, ਮੋਦੀ ਨੂੰ ਸ਼ਾਇਦ ਪਤਾ ਨਹੀਂਗਾ ਜਦੋਂ ਮੀਰ ਮੰਨੂ ਪੰਜਾਬੀਆਂ ਦੇ ਰੋਜ਼ ਸਿਰ ਲਾਉਂਦਾ ਸੀਗਾ ਤੇ ਉਸ ਵੇਲੇ ਸਾਡੇ ਆਖਿਆ ਵੀ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਮੰਨੂ ਵੱਢਦਾ ਅਸੀਂ ਦੂਣੇ ਹੋਏ। ਇਸ ਭੁਲੇਖੇ ਦੇ ਵਿੱਚ ਇਹਨੂੰ ਸਾਡਾ ਪਿਛੋਕੜ ਸਮਝਣਾ ਚਾਹੀਦਾ ਆ। ਦਿੱਲੀ ਜਿਹੜੀ ਆ ਉਦੋਂ ਹੀ ਵਾਪਸ ਆਉਣਾ, ਦਿੱਲੀੋਂ ਜਿੱਦਣ ਅਸੀਂ ਜਿੱਤਾਂਗੇ। ਇਹ ਲਗਾਤਾਰ ਉਹ ਕਹਿ ਰਹੇ ਵੀ ਇਹਨਾਂ ਨੂੰ ਵਿਪਕਸ਼, ਭਾਜਪਾ ਦੇ ਜਿਹੜੇ ਲੀਡਰ ਹੈ ਉਹ ਕਹਿ ਰਹੇ ਵੀ ਇਹਨਾਂ ਨੂੰ ਵਿਪਕਸ਼ ਜਿਹੜਾ ਯਾਨੀ ਕਿ ਵਿਪਕਸ਼ ਤੇ ਕਾਂਗਰਸ ਹੀ ਹੈ, ਇਹਨਾਂ ਨੂੰ ਉਕਸਾ ਰਹੇ ਆ ਕਿ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਕਿਸੇ ਗੱਲ ਦਾ। ਕਹਿ ਕੌਣ ਰਹੇ ਆ? ਜਿਨ੍ਹਾਂ ਨੇ ਕਦੀ ਖੇਤੀ ਕੀਤੀ ਨਹੀਂ, ਜਿਨ੍ਹਾਂ ਨੂੰ ਇਹ ਹੀ ਨਹੀਂ ਪਤਾ ਵੀ ਕਣਕ ਜਿਹੜੀ ਜ਼ਮੀਨ ਦੇ ਥੱਲੇ ਹੁੰਦੀ ਹੈ ਕਿ ਉੱਤੇ ਹੁੰਦੀ ਹੈ। ਇੱਕ ਮੂਰਖ ਇੱਥੇ ਕਹੀ ਜਾਂਦਾ ਸੀ ਮੱਧ ਕਾਲ 'ਚ ਅਸੀਂ ਮੀਟ ਖਾ ਕੇ ਗੁਜ਼ਾਰਾ ਕਰਦੇ। ਵੇਖੋ ਇਹਨਾਂ ਨੂੰ ਜਿਹੜੇ ਇਹੋ ਜਿਹੀਆਂ ਗੱਲਾਂ ਕਰਦੇ, ਉਹਨਾਂ ਨੂੰ ਆਪਣੇ ਦਿਮਾਗ ਦਾ ਇਲਾਜ ਕਰਾਉਣਾ ਚਾਹੀਦਾ। ਉਹਨਾਂ ਨੂੰ ਆਪਣੀ ਵਾਹ ਵੇਖਣੀ ਚਾਹੀਦੀ, ਵਾਹ ਕਿੱਧਰ ਨੂੰ ਚੱਲ ਰਹੀ ਹੈ। ਇਸ ਵੇਲੇ ਕਿਸਾਨਾਂ ਦੇ ਅੰਦੋਲਨ 'ਚ ਲੋਕਤੰਤਰ ਦਾ ਜਿਹੜਾ ਘਾਣ ਹੋ ਰਿਹਾ, ਉਹਦੇ ਖਿਲਾਫ ਜੋ ਹਿੰਦੁਸਤਾਨ ਦੀ ਮਰਿਆਦਾ ਨੂੰ ਖਤਮ ਕੀਤਾ ਜਾ ਰਿਹਾ, ਉਹਦੇ ਖਿਲਾਫ ਜਿਹੜੀ ਵਾਹ ਚੱਲ ਰਹੀ ਉਹ ਸਮਝਣੀ ਚਾਹੀਦੀ ਆ। ਨਹੀਂ ਤੇ ਆਉਣ ਵਾਲਾ ਦਿਨ ਨਹੀਂਗਾ। ਇੱਕ ਇੰਗਲੈਂਡ ਦੇ ਵਿੱਚ ਵਿਗ ਪਾਰਟੀ ਸੀ ਜਿਹਨੇ 40 ਸਾਲ ਰਾਜ ਕੀਤਾ ਸੀ। ਜਦੋਂ ਉਹਨੇ ਲੋਕ ਇੱਛਾਵਾਂ ਦੇ ਖਿਲਾਫ ਕੰਮ ਕਰਨੇ ਸ਼ੁਰੂ ਕੀਤੇ ਤੇ ਪਾਰਟੀ ਖਤਮ ਹੋ ਗਈ ਸੀ। ਮੋਦੀ ਨੂੰ ਇਹ ਸਮਝਣਾ ਚਾਹੀਦਾ। ਤੁਸੀਂ ਕੁਝ ਹੋਰ ਕਹਿਣਾ ਚਾਹੋਗੇ? ਮੈਂ ਇੱਕੋ ਗੱਲ ਕਹੂੰਗਾ ਵੀ ਅਸੀਂ ਭਰਪੂਰ ਤਰੀਕੇ ਨਾਲ ਆ। ਜਿੱਦਣ ਹੁਣ ਮਨ ਦੀ ਆਵਾਜ਼ ਆ, ਮਨ ਦੀ ਬਾਤ ਮੋਦੀ ਨੇ ਕਰਨੀ ਆ। ਜੋ ਕਿਸਾਨ ਆਪਣਾ ਪ੍ਰੋਗਰਾਮ ਦਿੰਦੇ ਆ, ਸਾਨੂੰ ਸਾਰਿਆਂ ਨੂੰ ਉਸ ਅੰਦੋਲਨ ਦੇ ਪਿੱਛੇ, ਉਹਨਾਂ ਦੇ ਪ੍ਰੋਗਰਾਮ ਦੇ ਪਿੱਛੇ ਚੱਲਣਾ ਚਾਹੀਦਾ। ਆਪਣੇ ਜਿਹੜੇ ਕੋਈ ਪ੍ਰੋਗਰਾਮ ਹੈ ਉਹ ਨਹੀਂ ਬਣਾਉਣੇ ਚਾਹੀਦੇ। ਜੇ ਉਹਨਾਂ ਨੇ ਮਨ ਦੀ ਬਾਤ ਵਾਲੇ ਦਿਨ ਕਿਹਾ ਥਾਲੀਆਂ ਖੜਕਾਓ, ਸਾਨੂੰ ਸਾਰੇ ਸ਼ਹਿਰ ਦੇ ਵਿੱਚ ਉਦੋਂ ਥਾਲੀਆਂ ਖੜਕਾਉਣੀਆਂ ਚਾਹੀਦੀਆਂ। ਇਹ ਨਹੀਂ ਵੇਖਣਾ ਚਾਹੀਦਾ ਮੇਰੇ ਗੁਆਂਢ ਥਾਲੀ ਖੜਕ ਰਹੀ ਕਿ ਨਹੀਂ ਖੜਕ ਰਹੀ। ਉਹਦੇ ਨਾਲ ਕਿਸਾਨਾਂ ਦੇ ਅੰਦੋਲਨ ਨੂੰ ਬਲ ਮਿਲਣਾ ਚਾਹੀਦਾ। ਜਿਹਦੇ ਨਾਲ ਜਿੱਥੇ ਸਾਰੇ ਬਾਹਰਲੇ ਮੁਲਕਾਂ 'ਚ ਤੁਹਾਡੇ ਰਿਸ਼ਤੇਦਾਰ, ਉਹਨਾਂ ਨੂੰ ਕਹਿਣਾ ਚਾਹੀਦਾ ਆ ਵੀ ਜਿਹੜਾ ਉਹਨਾਂ ਨੇ ਤਰੀਕ ਦਿੱਤੀ ਆਪਣੀਆਂ ਜਿਹੜੀਆਂ ਐਮਬੈਸੀਆਂ ਦੇ ਬਾਹਰ ਧਰਨੇ ਦੀ, ਉਦੋਂ ਜਾ ਕੇ ਉੱਥੇ ਉਹਦਾ ਸਾਥ ਜ਼ਰੂਰ ਦਿਓ, ਜਿਹਦੇ ਨਾਲ ਇਹ ਅੰਦੋਲਨ ਜਿਹੜਾ ਹੋਰ ਗਰਮ ਹੋਵੇ ਤੇ ਸਾਡੇ ਜਿਹੜੇ ਸਾਥੀ ਉੱਥੇ ਠੰਡ 'ਚ ਬੈਠੇ ਉਹਨਾਂ ਨੂੰ ਜਿੱਤ ਮਿਲੇ। ਮਤਲਬ ਤੁਸੀਂ ਪੂਰੇ ਕਾਂਗਰਸ ਦੇ ਜਿੰਨੇ ਵੀ ਲੀਡਰ ਹੈ, ਜਿੰਨੇ ਕੌਂਸਲਰ ਬੈਠੇ, ਇਹਨਾਂ ਦੇ ਪਰਿਵਾਰ ਵਾਲੇ 27 ਤਰੀਕ ਨੂੰ ਮਨ ਕੀ ਬਾਤ ਦੇ ਟਾਈਮ ਤੇ ਥਾਲੀਆਂ ਵਜਾ ਕੇ ਉਹਨੂੰ ਜਗਾਉਣ ਦੀ ਕੋਸ਼ਿਸ਼ ਕਰੋਗੇ ਨਰਿੰਦਰ ਮੋਦੀ ਨੂੰ? ਵੇਖੋ, ਇਹ ਕਾਂਗਰਸ ਦੀ ਗੱਲ ਨਹੀਂ ਗੀ। ਜਿੰਨੇ ਉੱਥੇ ਸਾਡੇ ਸਾਥੀ ਬੈਠੇ ਆ ਉਹ ਸਾਰੇ ਕੋਈ ਨਾ ਕਿਸੇ ਪਾਰਟੀ ਨਾਲ ਸੰਬੰਧ ਰੱਖਦੇ ਆ, ਪਰ ਪਾਰਟੀਆਂ ਹੁਣ ਪਿੱਛੇ ਆ, ਆਪਣੀ ਹੋਣ ਦੀ ਗੱਲ ਅੱਗੇ ਆ। ਇਹ ਕੋਈ ਗੱਲ ਨਹੀਂ ਕਿ ਵੀ ਕੋਈ ਕਾਂਗਰਸੀ ਆ ਜਾਂ ਕਿਸਾਨੀ, ਇਸ ਵੇਲੇ ਆਪਣੀ ਹੋਣ ਦੀ ਗੱਲ ਆ। ਮੈਂ ਉਹਨਾਂ ਨੂੰ, ਜਿਹੜਾ ਪੰਜਾਬੀ ਆ, ਜਿਹੜਾ ਪੰਜਾਬ ਨੂੰ ਪਿਆਰ ਕਰਦਾ, ਉਹਨਾਂ ਸਾਰਿਆਂ ਨੂੰ, ਕਿਸਾਨਾਂ ਦੇ ਜੋ किसान संगठनों ने जो सानू गाइडलाइन दी, सानू उन्हें मनना चाहिए। धन्यवाद हमारे साथ बात करने के लिए। ये थे सीनियर डिप्टी मेयर रमा बख्शी। इनका कहना है कि प्रधानमंत्री 27 तारीख को जब मन की बात कहेंगे तो जैसा किसानों ने संदेश दिया है कि घरों में बर्तन यानी कि थालियां बजाकर उन्हें उनकी मन की बात सुनाई जाएगी कि आखिरकार लोग क्या चाहते हैं। अब हमारे साथ हैं खादी एंड विलेज इंडस्ट्री बोर्ड की चेयरमैन ममता दत्ता। इनसे बात करती हैं। आज धरना पर बैठी हुई, इनका क्या कहना है, ये जो किसानों का जो आंदोलन चल रहा है उसे कैसे देखती हैं? ममता जी, ਤੁਹਾਨੂੰ ਕੀ ਲੱਗ ਰਿਹਾ ਵੀ किसान लगातार पिछले 85 ਤੋਂ 90 ਦਿਨ ਹੋ ਗਏ ਇਹਨਾਂ ਨੂੰ ਸੰਘਰਸ਼ ਤੇ ਬੈਠੇ ਹੋਏ, ਹੁਣ ਦਿੱਲੀ ਘੇਰੀ ਹੋਈ ਹੈ, ਤੇ ਤੁਹਾਨੂੰ ਕੀ ਲੱਗ ਰਿਹਾ ਕਿ ਸਰਕਾਰ ਦਾ ਰਵੱਈਆ ਕੀ ਅੜੀਅਲ ਹੈ? ਬਿਲਕੁਲ ਜੀ, ਸਰਕਾਰ ਦਾ ਇੱਕ ਤਾਨਾਸ਼ਾਹੀ ਰਵੱਈਆ ਹੈ। ਮੈਂ ਕਹਾਂਗੀ ਹੈ ਕਿ ਮੋਦੀ ਜੀ ਤੇ ਕਿਸੇ ਗੱਲ ਦਾ ਕੋਈ ਅਸਰ ਨਹੀਂ ਹੋ ਰਿਹਾ। ਸਾਡੇ ਅੰਨਦਾਤਾ ਭਰਾ ਜਿਹੜੇ ਕਿ ਸਾਡੇ ਦੇਸ਼ ਤੇ ਸਾਰੇ ਸਮਾਜ ਦਾ, ਦੁਨੀਆ ਦਾ ਪੇਟ ਪਾਲਦੇ ਨੇ, ਅੱਜ ਉਨੀ ਠਿਠੁਰਦੀ ਸਰਦੀ ਦੇ ਵਿੱਚ ਉੱਥੇ ਬੈਠੇ ਨੇ, ਪਰ ਮੋਦੀ ਜੀ ਤੇ ਕੋਈ ਅਸਰ ਨਹੀਂ ਹੋ ਰਿਹਾ। ਔਰ ਜਿਹੜੇ ਇਹਨਾਂ ਨੇ ਇਹ ਅੰਦੇ ਕਾਨੂੰਨ, ਜਿਹੜੇ ਅਸੀਂ ਕਹਾਂਗੇ ਕਿ ਇਹਨਾਂ ਤੇ ਕੋਈ, ਮੈਂ ਸਮਝਦੀ ਹਾਂ ਕਿ ਦੇਖ ਕੇ ਵੀ ਇਹਨਾਂ ਨੂੰ ਸ਼ਰਮ ਨਹੀਂ ਆ ਰਹੀ, ਕਿਉਂਕਿ ਅਸੀਂ ਲੋਕ ਚੈਨਲਸ ਤੇ ਜਦੋਂ ਦੇਖਦੇ ਹਾਂ ਤੇ ਸਾਨੂੰ ਕੰਬੀ ਛਿੜਦੀ ਹੈ ਕਿ ਇੰਨੀ ਸਰਦੀ ਦੇ ਵਿੱਚ ਸਾਡੇ ਸਾਰੇ ਛੋਟੇ ਤੋਂ ਛੋਟੇ ਬੱਚੇ ਨੇ ਔਰ ਵੱਡੇ ਤੋਂ ਵੱਡੇ ਬਜ਼ੁਰਗ ਨੇ, ਔਰ ਉਹਨਾਂ ਦਾ ਜਜ਼ਬਾ, ਅਸੀਂ ਮੋਦੀ ਜੀ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਉਹ ਕੋਸ਼ਿਸ਼ ਨਾ ਕਰਨ ਕਿ ਜਜ਼ਬਾ ਜਿਹੜਾ ਘੱਟ ਹੋ ਗਿਆ। ਪੰਜਾਬੀ ਨੇ, ਇਹਨਾਂ ਦਾ ਜਿਹੜਾ ਜਜ਼ਬਾ ਹੈ ਉਹ ਦਿਨੋਂ ਦਿਨ ਵੱਧਦਾ ਜਾਏਗਾ। ਉਹ ਜਿੰਨਾ ਮਰਜ਼ੀ ਇਹਨਾਂ ਨੂੰ ਕਰਕੇ ਦੇਖ ਲੈਣ, ਜਿਸ ਤਰ੍ਹਾਂ ਕਹਿੰਦੇ ਨਾ ਕਿ ਸੋਨਾ ਤਪਦਾ ਉਹਨੂੰ ਉਹਦੇ ਵਿੱਚ ਪਾਓ, ਇਸੇ ਤਰੀਕੇ ਦੇ ਨਾਲ ਇਹ ਜਿਹੜਾ ਅੰਦੋਲਨ ਚੱਲ ਰਿਹਾ, ਜਿਹੜਾ ਇਹ ਸੰਘਰਸ਼ ਹੈ, ਇਹ ਦਿਨੋਂ ਦਿਨ ਹੋਰ ਤੇਜ਼ ਹੁੰਦਾ ਜਾਏਗਾ ਜਦੋਂ ਤੱਕ ਮੋਦੀ ਜੀ ਆਪਣੇ ਜਿਹੜੇ ਇਹ ਕਾਲੇ ਕਾਨੂੰਨ ਨੇ, ਕਾਲੇ ਬਿੱਲ ਨੇ ਵਾਪਸ ਨਹੀਂ ਲੈ ਲੈਣ। ਅੱਛਾ ਮਮਤਾ ਜੀ, ਇੱਕ ਪਾਸੇ ਤੇ ਕਾਲੇ ਕਾਨੂੰਨਾਂ ਨੂੰ ਲੈ ਕੇ ਕਿਸਾਨ ਉਹਨਾਂ ਨੂੰ ਘੇਰ ਰਹੇ ਲਗਾਤਾਰ, ਦੂਸਰੇ ਪਾਸੇ ਤੁਸੀਂ ਦੇਖਿਆ ਹੋਵੇਗਾ ਗੈਸ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ। ਜਦੋਂ ਯੂਪੀਏ ਦੀ ਗਵਰਨਮੈਂਟ ਸੀ, ਇਹ ਲਗਾਤਾਰ ਆ ਜਾਂਦੇ ਸੀ ਸੜਕਾਂ ਤੇ। ਕੀ ਕਾਂਗਰਸ ਲੋਕਾਂ ਨੂੰ ਇਹ ਦੱਸਣ 'ਚ ਨਾਕਾਮ ਰਹੀ ਹੈ ਕਿ ਵੀ ਮੋਦੀ ਸਰਕਾਰ ਇੱਕ ਕਰਾਰੀ ਚੋਟ ਕਰ ਰਹੀ ਹੈ? ਕਿਸ ਤਰ੍ਹਾਂ ਕੁਝ ਘਰਾਣਿਆਂ ਨੂੰ ਦੀ ਫੇਵਰ ਕੀਤੀ ਜਾ ਰਹੀ ਹੈ ਤੇ ਜਨਤਾ ਮਰ ਰਹੀ ਹੈ? ਬਿਲਕੁਲ ਤੁਸੀਂ ਠੀਕ ਕਿਹਾ ਜੀ
ਇਹ ਮੋਦੀ ਜੀ ਜਿਹੜੇ ਕਿ ਕੁਝ ਅਮੀਰ ਘਰਾਣਿਆਂ ਨੂੰ ਬਚਾਉਣ ਵਾਸਤੇ ਹੀ ਤੇ ਸਭ ਕੁਝ ਕਰ ਰਹੇ ਨੇ, ਉਹ ਆਪਣੇ ਵੋਟਿੰਗ ਵਾਸਤੇ ਮੈਂ ਸਮਝਦੀ ਹਾਂ ਕਿ ਉਹ ਇਹ ਚੀਜ਼ਾਂ ਨੂੰ ਸੇਵ ਕਰ ਰਹੇ ਨੇ ਔਰ ਬਿਲਕੁਲ ਕਿਸੇ ਚੀਜ਼ ਵੱਲ ਧਿਆਨ ਨਹੀਂ ਦੇ ਰਹੇ। ਇਹ ਹਰ ਪੱਖੋਂ ਮੋਦੀ ਸਰਕਾਰ ਹੈ ਜਿਹੜੀ ਬਿਲਕੁਲ ਫੇਲ ਹੋਈ ਹੈ ਔਰ ਇਹਨਾਂ ਦਾ ਜਿਹੜਾ ਜਿਸ ਤਰ੍ਹਾਂ ਕਹਿੰਦੇ ਨਾ ਪਾਪ ਦਾ ਘੜਾ ਭਰਦਾ ਤੇ ਉਹਦਾ ਅੰਤ ਹੁੰਦਾ। ਇਸ ਤਰੀਕੇ ਦੇ ਨਾਲ ਇਹ ਬੜੀ ਜਲਦੀ ਹੀ ਜਿਹੜਾ ਸਭ ਕੁਝ ਸਾਹਮਣੇ ਆ ਜਾਏਗਾ। ਮਮਤਾ ਜੀ, ਤੁਸੀਂ ਕੀ ਇੱਥੇ ਹੀ ਬੈਠ ਕੇ ਕਾਲੇ ਪੱਟੀਆਂ ਲਗਾ ਕੇ ਤੇ ਕੁਝ ਘੰਟੇ ਭੁੱਖ ਹੜਤਾਲ ਕਰਕੇ ਉਹਨਾਂ ਨੂੰ ਸਮਰਥਨ ਦੇ ਰਹੇ ਹੋ ਕਿਸਾਨਾਂ ਨੂੰ, ਜਾਂ ਜ਼ਰੂਰਤ ਪਈ ਤੇ ਤੁਸੀਂ ਕਿਸਾਨਾਂ ਦਾ ਨੂੰ ਸਮਰਥਨ ਦੇਣ ਵਾਸਤੇ ਦਿੱਲੀ ਵੀ ਜਾਓਗੇ? ਬਿਲਕੁਲ ਜੀ, ਸਿਰਫ ਦਿੱਲੀ ਨਹੀਂ, ਜਿੱਥੇ ਕਹਿਣਗੇ ਅਸੀਂ ਬਿਲਕੁਲ ਆਪਣੇ ਕਿਸਾਨ ਭਰਾਵਾਂ ਦੇ ਭੈਣਾਂ ਦੇ ਨਾਲ ਹਾਂ ਔਰ ਦਿਨ ਰਾਤ ਜਿੱਥੇ ਵੀ ਸਾਡੀ ਗਵਰਨਮੈਂਟ ਵੱਲੋਂ ਸਾਨੂੰ ਕੁਝ ਕਿਹਾ ਜਾਏਗਾ ਅਸੀਂ ਉਹਦੇ ਵਾਸਤੇ ਵੀ ਹਾਜ਼ਰ ਹਾਂ। ਵੈਸੇ ਵੀ ਜਿੱਥੇ ਸਾਨੂੰ ਕੋਈ ਸਾਡੇ ਭਰਾ ਹੁਕਮ ਲਗਾਉਣਗੇ, ਸਾਡੀ ਮਹਿਲਾ ਕਾਂਗਰਸ ਵੀ ਮੈਂ ਤੁਹਾਨੂੰ ਦੱਸਣਾ ਚਾਹਾਂਗੀ, ਤੁਹਾਨੂੰ ਪਤਾ ਹੈ ਕਿ ਮੈਂ ਪ੍ਰੈਜ਼ੀਡੈਂਟ ਵੀ ਹਾਂ ਮਹਿਲਾ ਕਾਂਗਰਸ ਦੀ। ਸਾਡੀਆਂ ਜਿਹੜੀਆਂ ਮਹਿਲਾਵਾਂ ਨੇ ਉਹ ਵੀ ਡਿਸਟ੍ਰਿਕਟ ਵਾਈਜ਼ ਹਮੇਸ਼ਾ ਜਿਹੜੀਆਂ ਅਸੀਂ ਆਪਣੇ ਭਰਾਵਾਂ ਦੇ ਹੱਕ ਦੇ ਵਿੱਚ, ਆਪਣੇ ਕਿਸਾਨ ਵੀਰਾਂ ਦੇ ਹੱਕ ਦੇ ਵਿੱਚ ਉਹ ਹਰ ਜਗ੍ਹਾ ਦੇ ਉੱਤੇ ਜਾਣ ਵਾਸਤੇ ਜਾਂਦੀਆਂ ਵੀ ਰਹਿੰਦੀਆਂ ਨੇ, ਜਾਣ ਵਾਸਤੇ ਵੀ ਤਿਆਰ ਨੇ। ਜਿੱਥੇ ਵੀ ਸਾਨੂੰ ਕੋਈ ਹੁਕਮ ਲੱਗੇਗਾ ਅਸੀਂ ਉਹਦੇ ਵਾਸਤੇ ਆਪਣੇ ਕਿਸਾਨ ਭਰਾਵਾਂ ਦੇ ਨਾਲ ਦਿਨ ਰਾਤ ਹਾਜ਼ਰ। ਅੱਜ ਤੁਸੀਂ ਕਿਉਂ ਭੁੱਖ ਹੜਤਾਲ ਤੇ ਬੈਠੇ ਹੋ? ਦੇਖੋ, ਅੱਜ ਕੌਮੀ ਰਾਸ਼ਟਰੀ ਕਿਸਾਨ ਦਿਵਸ ਹੈ ਔਰ ਸਾਡੇ ਦੇਸ਼ ਦੇ ਕਿਸਾਨ ਵੀਰ ਜਿਹੜੇ ਪਿਛਲੇ 28 ਦਿਨਾਂ ਤੋਂ ਸੰਘਰਸ਼ ਦੇ ਵਾਸਤੇ ਬੈਠੇ ਸੜਕਾਂ ਦੇ ਉੱਤੇ, ਦਿੱਲੀ ਦੇ ਵੱਖ-ਵੱਖ ਬਾਰਡਰਾਂ ਦੇ ਉੱਤੇ, ਅੱਜ ਅਸੀਂ ਇਹ ਫੈਸਲਾ ਕੀਤਾ। ਸਾਡੇ ਨਗਰ ਨਿਗਮ ਦੇ ਮੇਅਰ ਮਾਨਯੋਗ ਸਰਦਾਰ ਕਰਮਜੀਤ ਸਿੰਘ ਰਿੰਟੂ ਜੀ ਨੇ ਸਮੁੱਚੇ ਕੌਂਸਲਰ ਸਾਥੀਆਂ ਨੂੰ ਨਾਲ ਲੈ ਕੇ ਅੱਜ ਉਹਨਾਂ ਦੇ ਹੱਕ ਵਿੱਚ ਆਪਣਾ ਯੋਗਦਾਨ ਪਾਉਂਦਿਆਂ ਇੱਕ ਦਿਨ ਦੀ ਭੁੱਖ ਹੜਤਾਲ ਰੱਖਣ ਦਾ ਫੈਸਲਾ ਜਿਹੜਾ ਅੱਜ ਕੀਤਾ। ਇਸੇ ਕਰਕੇ ਅਸੀਂ ਆਪਣਾ ਯੋਗਦਾਨ ਪਾਉਣ ਦੇ ਲਈ ਉਹਨਾਂ ਦੇ ਨਾਲ ਅੱਜ ਇੱਕ ਦਿਨ ਵਾਸਤੇ ਇੱਥੇ ਭੁੱਖ ਹੜਤਾਲ ਤੇ ਬੈਠੇ ਹਾਂ। ਤੁਸੀਂ ਕਿੰਨੇ ਵਜੇ ਸਵੇਰੇ ਭੁੱਖ ਹੜਤਾਲ ਤੇ ਬੈਠੇ ਤੇ ਕਿੰਨੇ ਵਜੇ ਤੱਕ ਭੁੱਖ ਹੜਤਾਲ ਚੱਲਦੀ ਰਹੇਗੀ ਤੁਹਾਡੀ? ਸਵੇਰੇ 10:30 ਵਜੇ ਸਾਡੀ ਇਹ ਜਿਹੜੀ ਭੁੱਖ ਹੜਤਾਲ ਸ਼ੁਰੂ ਹੋਈ ਸੀ ਔਰ ਸ਼ਾਮ 4 ਵਜੇ ਤੱਕ ਅਸੀਂ ਇਸ ਭੁੱਖ ਹੜਤਾਲ ਤੇ ਬੈਠਾਂਗੇ। ਉਹ ਤੁਸੀਂ ਮਹਿਲਾਵਾਂ ਦੇਖੋ ਪਿੱਛੇ ਸੰਭਾਲ ਰਹੀਆਂ, ਕਿਸਾਨ ਮੋਰਚੇ ਤੇ ਲੜ ਰਿਹਾ, ਕੇਂਦਰ ਸਰਕਾਰ ਦੇ ਇਸ ਰਵੱਈਏ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਦੇਖੋ, ਕੇਂਦਰ ਸਰਕਾਰ ਜਿਹੜਾ ਆਪਣਾ ਅੜੀਅਲ ਰਵੱਈਆ ਜਿਹੜਾ ਅਪਣਾ ਰਹੀ ਹੈ ਔਰ ਜਾਣ-ਬੁੱਝ ਕੇ ਇਹੋ ਜਿਹਾ ਰਵੱਈਆ ਅਪਣਾ ਰਹੀ, ਜਦ ਕਿ ਉਹਨਾਂ ਨੂੰ ਪਤਾ ਹੈ ਇਹ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਬਿਲਕੁਲ ਜਾਇਜ਼ ਹੈ। ਕਿਸਾਨ ਕਦੀ ਵੀ ਸੰਘਰਸ਼ ਦੇ ਲਈ ਨਹੀਂ ਸੜਕ ਤੇ ਆਉਂਦਾ। ਦੇਸ਼ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੈ ਕਿ ਜਿਹੜਾ ਕਿਸਾਨ ਹੈ ਦੂਸਰੀ ਵਾਰ ਆਪਣੇ ਹੱਕ ਦੇ ਲਈ ਸੰਘਰਸ਼ ਕਰ ਰਿਹਾ ਔਰ ਮੋਦੀ ਸਰਕਾਰ ਨੂੰ ਇਹ ਜਿਹੜੇ ਐਕਟ ਹੈ ਵਾਪਸ ਲੈਣੇ ਪੈਣਗੇ, ਕਿਉਂਕਿ ਜਦ ਤੱਕ ਸਾਡਾ ਕਿਸਾਨ ਖੁਸ਼ਹਾਲ ਨਹੀਂ, ਜੇ ਸਾਡਾ ਅੰਨਦਾਤਾ ਦੁਖੀ ਹੈ ਤਾਂ ਅਸੀਂ ਦੁਖੀ ਹਾਂ। ਕਿਸਾਨ ਨਹੀਂ ਤੇ ਅੰਨ ਨਹੀਂ। ਕੱਲ ਤੁਹਾਨੂੰ ਧਿਆਨ ਹੋਏਗਾ ਕਿ ਸੋਸ਼ਲ ਮੀਡੀਆ ਤੇ ਬਹੁਤ ਵੀਡੀਓ ਵਾਇਰਲ ਹੋ ਰਹੀ ਹੈ, ਤੁਹਾਡੇ ਕਾਂਗਰਸੀ ਐਮਪੀ ਨੇ ਜਸਵੀਰ ਸਿੰਘ ਡਿੰਪਾ ਜੰਤਰ ਮੰਤਰ ਦੇ ਉਹਨਾਂ ਨੇ ਮਹਿਲਾ ਪੱਤਰਕਾਰ ਨਾਲ ਬਦਸਲੂਕੀ ਕੀਤੀ ਹੈ ਜੀ। ਮੈਂ ਉਹ ਵੀਡੀਓ ਹਾਲੇ ਦੇਖੀ ਨਹੀਂ है, ਜਦੋਂ ਮੈਂ ਦੇਖਾਂਗੀ ਮੈਂ ਉਸ ਤੋਂ ਬਾਅਦ ਹੀ ਉਹਦੇ ਤੇ ਕੋਈ ਗੱਲ ਕਰਾਂਗੀ। मैं देखी नहीं। हमारे साथ हैं पार्षद विकास सोनी, युवा हैं, आज किसानों को समर्थन देने के लिए ये भी कंपनी बाग में भूख हड़ताल पर बैठे हैं। उनसे बात करते हैं। विकास जी, ਤੁਹਾਨੂੰ ਕੀ ਲੱਗਦਾ ਹੈ ਕਿ ਕਿਸਾਨ ਕਹਿੰਦੇ ਬਿੱਲ ਰੱਦ ਹੋਣੇ ਚਾਹੀਦੇ ਹੈ, ਕੇਂਦਰ ਸਰਕਾਰ ਕਹਿੰਦੀ ਵੀ ਅਸੀਂ ਸੰਸ਼ੋਧਨ ਨੂੰ ਤਿਆਰ ਹਾਂ, ਤੇ ਗੱਲ ਕਿੱਥੇ ਮੁੱਕੂਗੀ? ਸੰਸ਼ੋਧਨ ਕਿਉਂ ਰੱਦ ਮਤਲਬ ਰੱਦ ਹੋਣਾ ਚਾਹੀਦਾ। ਪਾਰਲੀਮੈਂਟ ਸੈਸ਼ਨ ਬੁਲਾਉਣ ਤੇ ਕੈਂਸਲ ਕਰ ਦੇਣ। ਕਿਸਾਨਾਂ ਦੀ ਕਿਸੇ ਨੂੰ ਸ਼ੌਂਕ ਨਹੀਂ ਹੈ ਭੰਡਾਰੀ ਸਾਹਿਬ ਕੀ ਧਰਨਿਆਂ ਤੇ ਬਹਿਣਾ, ਆਪਣੇ ਬਜ਼ੁਰਗਾਂ ਨੂੰ ਬੱਚਿਆਂ ਨੂੰ ਲੈ ਕੇ, ਮਾਵਾਂ ਭੈਣਾਂ ਸਾਡੀਆਂ ਬਾਰਡਰਾਂ ਦੇ ਠੰਡ ਦੇ ਮੌਸਮ 'ਚ ਸੜਕਾਂ ਤੇ ਰੁਲ ਰਹੀਆਂ, ਕਿਹਨੂੰ ਸ਼ੌਂਕ ਆਪਣੇ ਪਰਿਵਾਰ ਨੂੰ ਉੱਥੇ ਲੈ ਕੇ ਬੈਠਣ ਦਾ? ਸੋ ਇਹ ਬਿੱਲ ਕੈਂਸਲ। ਇਹ ਉਹ ਭੰਡਾਰੀ ਸਾਹਿਬ ਉਹ ਕੌਮ ਹੈ, ਪੰਜਾਬੀ ਕੌਮ ਹੈ ਜਿਹੜੀ ਬਾਰਡਰਾਂ 'ਤੇ ਲੜਾਈ ਲੜ ਕੇ ਹਮੇਸ਼ਾ ਜਿੱਤ ਕੇ ਵਾਪਸ ਆਈ ਹੈ, ਕਦੀ ਪਿੱਠ ਨਹੀਂ ਵਿਖਾਈ। ਟਾਈਮ ਜ਼ਰੂਰ ਲੱਗੇਗਾ, ਜਿੱਤ ਕੇ ਤੇ ਅਸੀਂ ਆਵਾਂਗੇ। ਪੰਜਾਬੀਆਂ ਨਾਲ ਪੰਗਾ ਪਿਆ ਮੋਦੀ ਦਾ, ਇਹ ਪੰਜਾਬੀ ਹੈ ਜਿਹੜੇ ਜਿੱਤ ਕੇ ਵਿਖਾਉਣਗੇ ਔਰ ਇਸ ਤੋਂ ਬਾਅਦ 'ਚ ਉਹਨਾਂ ਦੀ ਪੁੱਠੀ ਗਿਣਤੀ ਸ਼ੁਰੂ ਕਰਾਵਾਂਗੇ। ਦੇਖੋ ਨਾ, ਜਿਵੇਂ ਯੋਗੀ ਆਦਿੱਤਿਆਨਾਥ ਨੇ ਕੱਲ ਕਿਸਾਨ ਆ ਰਹੇ ਸੀ ਯੂਪੀ ਤੋਂ, ਉਹਨਾਂ ਨੂੰ ਰੋਕ ਲਿਆ ਗਿਆ ਤੇ ਲਾਠੀਚਾਰਜ ਵੀ ਕੀਤਾ ਗਿਆ। ਅੱਜ ਇਸੇ ਦੇ ਵਿਰੋਧ 'ਚ ਕਿਸਾਨਾਂ ਨੇ ਯੋਗੀ ਸਰਕਾਰ ਦਾ ਯੋਗੀ ਆਦਿੱਤਿਆਨਾਥ ਦਾ ਜਿਹੜਾ ਕਟਆਊਟ ਵੀ ਸਾੜਿਆ। ਤੁਹਾਨੂੰ ਕੀ ਲੱਗਦਾ ਕਿ ਸਰਕਾਰ ਜਿਹੜੀ ਹੈ ਇਹ ਜਿਹੜੀ ਆਵਾਜ਼ ਨੂੰ, ਅੰਦੋਲਨ ਨੂੰ ਦਬਾਉਣਾ ਚਾਹ ਰਹੀ ਹੈ? ਬਿਲਕੁਲ, ਪਹਿਲੇ ਦਿਨ ਤੋਂ ਦਬ ਰਹੇ। ਦੇਖੋ, ਹਰਿਆਣਾ ਦੇ ਜਿਸ ਦਿਨ ਸਾਡੇ ਪੰਜਾਬ ਦੇ ਕਿਸਾਨ ਐਂਟਰ ਕਰਨ ਲੱਗੇ, ਹਰਿਆਣਾ ਵਾਲਿਆਂ ਨੇ ਬੜੇ ਬੈਰੀਗੇਡ, ਬੜੇ ਪੱਥਰ ਲਾਤੇ। ਉਹਨਾਂ ਨੇ ਸਾਡੇ ਪੰਜਾਬੀ ਭਰਾਵਾਂ ਨੇ, ਵੀਰਾਂ ਨੇ 1 ਮਿੰਟ ਨਹੀਂ ਲਾਇਆ ਉਹਨੂੰ ਚੁੱਕ ਕੇ ਪਰਾਂ ਕੀਤਾ। ਇਹਨਾਂ ਨੇ ਪਾਣੀ ਦੀ ਵਿਛਾਰਾਂ ਮਾਰੀਆਂ, ਉਹਨਾਂ ਨੇ ਉਹਦੀ ਪਰਵਾਹ ਨਹੀਂ ਕੀਤੀ। ਉਹ ਯੂਪੀ ਵਾਲਾ ਕਰ ਰਿਹਾ ਯੋਗੀ, ਜਿਹਦੀ ਤੁਸੀਂ ਗੱਲ ਕਰਦੇ। ਸੋ ਮੈਂ ਤਾਂ ਯੋਗੀ ਔਰ ਇੱਕ ਗੱਲ ਕਹਾਂਗਾ, ਉਹ ਚੀਫ ਮਿਨਿਸਟਰ ਦੇ ਕਾਬਲ ਹੀ ਨਹੀਂ ਹੈਗੇ। ਉਹਨਾਂ ਨੂੰ ਤਾਂ ਕਿਸੇ ਮੰਦਰ 'ਚ ਜਾ ਕੇ ਜਾਂ ਕੋਈ ਮਹਾਤਮਾ ਇੱਦਾਂ ਦਾ ਕੋਈ ਕਿਸੇ ਦਾ ਚੇਲਾ ਬਣ ਜਾਣਾ ਚਾਹੀਦਾ। ਪਹਿਲਾਂ ਸਿੱਖ ਲੈਣ। ਇਹ ਭਗਵੇ ਕੱਪੜੇ ਪਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਔਰ ਮੋਦੀ ਸਰਕਾਰ ਦੀ ਪਹਿਲੇ ਦਿਨ ਤੋਂ ਆਈਡੀਓਲੋਜੀ ਕਿ ਲੋਕਾਂ ਨੂੰ ਲੜਾਓ ਤੇ ਰਾਜ ਕਰੋ, ਇਹ ਉਸੇ ਤਰੀਕੇ ਨਾਲ ਚੱਲ ਰਹੇ ਨੇ। ਯੂਪੀ 'ਚ ਵੀ ਉਹ ਕਰ ਰਹੇ ਸੀ, ਹਰਿਆਣੇ 'ਚ ਵੀ ਉਹ ਕਰ ਰਹੇ ਸੀ। ਪਰ ਮੈਂ ਅੱਜ ਇੱਕ ਗੱਲ ਕਹਾਂਗਾ, ਹਰਿਆਣੇ ਵਾਲਿਆਂ ਦਾ, ਹਰਿਆਣੇ ਦੇ ਲੋਕਾਂ ਦਾ ਧੰਨਵਾਦ ਕਰਾਂਗੇ, ਜਿੰਨਾ ਪਿਆਰ ਮਾਨ ਸਤਿਕਾਰ ਹਰਿਆਣਾ ਦੇ ਲੋਕਾਂ ਨੇ ਪੰਜਾਬੀਆਂ ਨੂੰ ਦਿੱਤਾ ਹੈ। ਜਿਹੜੀ ਦੂਰੀਆਂ ਸੀ ਅੱਜ ਉਹ ਖਤਮ ਹੋਈਆਂ। 2 ਭਰਾ ਵਿਛੜੇ ਭਰਾ ਮਿਲੇ ਨੇ, ਅੱਜ ਉਹਨਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦੇ ਰਹੇ। ਉਹਨਾਂ ਦਾ ਹੀ ਧੰਨਵਾਦ ਵੀ ਕਰਦੇ ਹਾਂ। ਔਰ ਖੱਟਰ ਜੀ ਜਿਹੜੇ ਉੱਥੋਂ ਦੇ ਹਰਿਆਣੇ ਦੇ ਚੀਫ ਮਿਨਿਸਟਰ, ਉਹਨਾਂ ਨੂੰ ਵੀ ਉਹ ਚੀਜ਼ ਤੋਂ ਪਤਾ ਲੱਗ ਗਿਆ ਕਿ ਉਹਨਾਂ ਦੀ ਸਰਕਾਰ ਜਾ ਰਹੀ ਹੈ। ਮੋਦੀ ਜੀ ਨੂੰ ਵੀ ਅੱਜ ਚੁੱਕਣਾ ਪਏਗਾ। ਅੱਜ ਚੁੱਕਣ, 10 ਦਿਨ ਬਾਅਦ ਚੁੱਕਣ, 15 ਦਿਨ ਬਾਅਦ ਚੁੱਕਣ। ਇਹ ਪੰਜਾਬੀ ਝੁਕਾ ਕੇ ਹੀ ਵਾਪਸ ਆਉਣਗੇ, ਉਦੋਂ ਦਿਨ ਆਉਣਗੇ ਨਹੀਂ ਔਰ ਬਿੱਲ ਕੈਂਸਲ ਕਰਾ ਕੇ ਵਾਪਸ ਆਉਣਗੇ। ਅਸੀਂ ਤੁਸੀਂ ਕੁਝ ਹੋਰ ਕਹਿਣਾ ਚਾਹੋ? ਮੈਂ ਤੇ ਅੱਜ ਜਿਹੜਾ ਕਿਸਾਨੀ ਦਿਵਸ ਹੈ ਉੱਥੇ ਮੀਡੀਆ ਰਾਹੀਂ
ਮੋਦੀ ਜੀ ਨੂੰ ਇੱਕੋ ਬੇਨਤੀ ਕਰਾਂਗਾ, ਹੱਥ ਜੋੜ ਕੇ ਵੀ ਬੇਨਤੀ ਕਰਦਾ ਹਾਂ ਕਿ ਜਿਹੜੇ ਕਿਸਾਨ ਇੰਨੇ ਦਿਨਾਂ ਤੋਂ ਸੜਕਾਂ ਤੇ ਰੁਲ ਰਹੇ ਨੇ ਉਹਨਾਂ ਦੀ ਆਵਾਜ਼ ਸੁਣਨ, ਉਹਨਾਂ ਦੀ ਗੱਲ ਸੁਣਨ। 3 ਬਿੱਲ ਜਿਹੜੇ ਇਹਨਾਂ ਨੇ ਕਾਲੇ ਕਾਨੂੰਨ 3 ਪਾਸ ਕੀਤੇ ਨੇ ਉਹ ਉਹਨਾਂ ਦੇ ਵਾਪਸ ਲੈ ਪਾਰਲੀਮੈਂਟ ਸੈਸ਼ਨ ਬੁਲਾ ਕੇ ਬਿੱਲ ਨੂੰ ਕੈਂਸਲ ਕਰਨ ਔਰ ਸਾਡੇ ਭਰਾਵਾਂ ਮਾਵਾਂ ਭੈਣਾਂ ਧੀਆਂ ਨੂੰ ਵਾਪਸ ਇੱਥੇ ਆਉਣ ਆਪਣੇ ਘਰਾਂ 'ਚ ਔਰ ਆਪਣਾ ਕੰਮ ਕਰ ਸਕਣ। ਕਿਸਾਨੀ ਆਪਣੇ ਉਹ ਖੇਤਾਂ 'ਚ ਆਪਣੀ ਉਪਜਾਈ ਕਰਕੇ ਪੂਰੇ ਪੰਜਾਬ ਨਹੀਂ पूरे हिंदुस्तान का ढिड भर सकन, नहीं तो आने वाला फ्यूचर साढ़े हिंदुस्तान का बहुत माड़ा होएगा। धन्यवाद। हमारे साथ बात करनी थी ये थे विकास सोनी, जिन्होंने कहा है कि केंद्र सरकार को ये बिल रद्द करने ही पड़ेंगे। थोड़ा की नाम है जी? मैं प्रियंका शर्मा, काउंसलर वार्ड नंबर 13 अमृतसर से हूँ। तो प्रियंका जी, ਤੁਹਾਨੂੰ ਕੀ ਲੱਗ ਰਿਹਾ ਜਿਹੜੇ ਕਿਸਾਨ ਲਗਾਤਾਰ ਉੱਥੇ ਉਹ ਕੇਂਦਰ ਸਰਕਾਰ ਤੇ ਮੰਨ ਨਹੀਂ ਰਹੀ, ਕਿਸਾਨ ਕਹਿੰਦੇ ਅਸੀਂ ਬਿੱਲ ਰੱਦ ਕਰਵਾਣੇ ਆ, ਕੇਂਦਰ ਸਰਕਾਰ ਕਹਿੰਦੀ ਅਸੀਂ ਸੰਸ਼ੋਧਨ ਨੂੰ ਤਿਆਰ ਹਾਂ। देखो, मैं फिर वही बात रिपीट करना चाहूँगी कि संशोधन को तैयार हैं ये कह रहे हैं, बट संशोधन किस चीज़ का? आप किसानों के लिए कोई बिल लेके आए हो और ज़बरदस्ती इम्पोज कर रहे हो कि ये आपके बेनिफिट के लिए हैं, बट जिसको आप ये बेनिफिट देना चाह रहे हो वो बंदा वो बेनिफिट नहीं लेना चाह रहा, तो संशोधन की बात तो आई नहीं। मतलब मान ना मान मैं तेरा मेहमान। बिल्कुल सही, बिल्कुल एग्जैक्टली, ये बिल्कुल सही आपने बोला कि जिसको जो चीज़ चाहिए नहीं, आप ज़बरदस्ती उसको फीडिंग कैसे कर सकते हो? अगर उसको उस चीज़ में कोई नुकसान लग रहा है, अब आप खुद ही बताइए कि जो किसान है वो पीढ़ी दर पीढ़ी कितनी जनरेशन से वो ये काम कर रहे हैं, तो क्या उनको पता नहीं है उनके लिए भला क्या और बुरा क्या है? MSP आप उसको सिक्योर नहीं कर रहे। संशोधन की बात तो है ही नहीं जी, संशोधन बिल्कुल भी नहीं है। बिल्कुल वो किसान भाई ये कह रहे हैं कि हमें ये बिल्स नहीं चाहिए, तो फिर नहीं चाहिए। तो अगर बात करें तो आपको तीनों बिलों की जानकारी है, ये कौन से बिल हैं? बिल्कुल, सबसे पहले आप देखिए वो MSP जो एक वो कह रहे हैं कि हमारा एक प्राइस फिक्स्ड होना चाहिए। वो तो सरकार ने कह दिया कि नहीं, वो अभी क्या दिया उसके बारे में उन्होंने कोई डिटेल्ड डॉक्यूमेंट्री प्रूफ दिया है? अभी तो वो बस इन वर्ड्स में बातें हैं ना। सेकेंडली जो उन्होंने जो सबसे किसान भाइयों को सबसे जो गलत कानून जितना अभी तक मैं जानती हूँ लग रहा है वो ये है कि इन्होंने बोल दिया है कि अगर बाई चांस कोई जो प्राइवेट कंट्रैक्टर ये उनके साथ डील करते हैं, तो अगर उनका कोई झगड़ा पड़ता है तो ये कोर्ट में नहीं जा सकते। तो ये कहाँ का राइट है? हम जिस कंट्री में रहते हैं, डेमोक्रेटिक कंट्री है, हमें राइट है कि हम कभी भी कुछ भी हमारा किसी के साथ झगड़ा पड़ता है तो हमें अपनी जुडिशरी पे पूरा फेथ है। तो ये कहाँ से ये कानून आ गया और इतना स्ट्रिक्ट कानून कि आप किसी कोर्ट में आप अपनी आवाज़ नहीं उठा सकते और SDM कोर्ट तक ये आप लेके जा सकते हो और वहाँ पे ये हल हो जाएगा? तो बिल्कुल नहीं, ये कुछ ना कुछ तो फ्लॉ है ना इस चीज़ में। तो ये बिल्कुल सही बात नहीं है। बिल्कुल हमारे किसान भाई इस बात को अग्री नहीं कर रहे और ये मेरे ख्याल में अग्री करेंगे भी नहीं। और मेरे ख्याल में शुरू से ही आप देखो ये गवर्नमेंट के मुझे तो अभी तक समझ नहीं आई, चाहे आप डीमोनेटाइजेशन को देख लो, GST को देख लो, पहले व्यापारी वर्ग को ख़त्म करने की कोशिश की गई, अब किसान वर्ग को ख़त्म करने की कोशिश की जा रही है और आपके सामने है आज ये विद्रोह हर जगह, हर स्टेट, हर सिटी में हो रहा है। जब जनता सड़कों पर निकल आए तो इसका मतलब ऊपर कुछ खराबी है। राज कौर, पहला तो मैं ਤੁਹਾਡੀ ਕਿੰਨੀ ਏਜ ਹੈ? मेरी 62 साल। ਤੇ ਤੁਸੀਂ ਅੱਜ ਇੱਥੇ ਕਿਉਂ ਬੈਠੇ? ਤੁਸੀਂ ਕਾਉਂਸਲਰ ਹੋ ਜਾਂ ਕਾਉਂਸਲਰ? ਕਿੰਨੇ ਨੰਬਰ ਵਾਰਡ ਚੋਂ? ਮੈਂ 41 ਨੰਬਰ ਵਾਰਡ ਚੋਂ। ਅੱਛਾ, ਤੁਸੀਂ ਅੱਜ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜਿਹੜੇ ਫਾਰਮਰ ਉੱਥੇ ਬੈਠੇ ਹਨ? ਮੈਂ ਇਹ ਕਹਿੰਦੀ ਆ ਜੋ ਵੀ ਸਾਡੇ ਇੱਥੇ ਭੁੱਖ ਹੜਤਾਲ ਤੇ ਬੈਠੇ ਸਾਡੇ ਵੀਰ ਭੈਣਾਂ, ਜੇ ਸਾਨੂੰ 10 ਦਿਨ ਵੀ ਬੈਠਾ ਗਿਆ ਜਾਂ ਜਿੰਨਾ ਚਿਰ ਸੰਘਰਸ਼ ਚੱਲਦਾ ਹੈ ਅਸੀਂ ਇਹਨਾਂ ਦਾ ਸਾਥ ਦੇਵਾਂਗੇ ਕਿਸਾਨਾਂ ਦਾ, ਕਿਉਂਕਿ ਉਹ ਸਾਡੇ ਵੀਰ ਆ। ਮੈਂ ਇੱਕ ਕਿਸਾਨ ਦੀ ਬੇਟੀ ਆ, ਮੈਂ ਕਿਸਾਨ ਦੇ ਨਾਤੇ ਨਹੀਂ, ਮੈਂ ਸਾਰੇ ਜਾਂ ਕਿਸਾਨ ਦੀ ਬੇਟੀ ਵੀ ਨਾ ਹੋਵਾਂ, ਮੈਂ ਇਸ ਭੁੱਖ ਹੜਤਾਲ ਤੇ ਬਵਾਂਗੇ। ਜੋ ਵੀ ਸਾਡੇ ਕੋਲੋਂ ਬੈਠਾ ਗਿਆ ਅਸੀਂ ਉਹਨਾਂ ਦੀ पूरी सेवा करांगे, योगदान पावांगे। देखो ये जज्बा इनका देखने लायक है। 62 साल उम्र हो चुकी है, पार्षद हैं कांग्रेस की, किसान की बेटी हैं, किसानों का दुख दर्द समझती हैं कि किस तरह किसान वहाँ ठंड में बैठे हुए हैं, यहाँ हम लोग रजाइयाँ ओढ़े बैठ रहे थे। और ये जो अच्छा ਤੁਹਾਨੂੰ ਕੀ ਲੱਗਦਾ ਜਿਹੜੇ ਕਾਨੂੰਨ ਬਣਾਏ ਨੇ ਇਹਨਾਂ ਨੇ ਇੱਕ AC ਕਮਰਿਆਂ 'ਚ ਬਹਿ ਕੇ ਬਣਾਤੇ ਤੇ ਕਿਸਾਨ ਦੀ ਤੇ ਇਹਨਾਂ ਨੂੰ ਪਤਾ ਨਹੀਂ ਕਿਸਾਨੀ ਹੁੰਦੀ ਕੀ ਹੈ? ਜੀ ਹਾਂਜੀ, ਜਦੋਂ ਅਸੀਂ ਛੋਟੇ ਸਾਂ ਸਾਡੇ ਪਿਤਾ ਜੀ ਥਲ ਲੈ ਕੇ ਜਾਂਦੇ ਸੀ, ਉਹ ਟਰੈਕਟਰਾਂ ਦੀ ਵਾਹੀ ਨਹੀਂ ਤੇ ਸਾਨੂੰ ਪਤਾ ਹੈ ਵੀ ਜਿਹੜੇ ਕਿਸਾਨ ਹੈ ਉਹਨਾਂ ਨੂੰ ਬਹੁਤ ਮੁਸ਼ਕਲਾਂ ਆਉਂਦੀਆਂ ਹੈ। ਉਹਨਾਂ ਨੇ ਠੰਡ ਦੇ ਵਿੱਚ ਪਾਣੀ ਵੀ ਲਾਉਂਦੇ ਰਹੇ ਆ, ਸੱਪਾਂ ਦੀਆਂ ਸਿਰੀਆਂ ਵੀ ਮਿੱਧਦੇ ਰਹੇ ਆ। ਇਹ ਕਾਨੂੰਨ ਜਿਹੜੇ ਇਹਨਾਂ ਨੂੰ ਵਾਪਸ ਲੈਣੇ ਚਾਹੀਦੇ, ਕਿਉਂ ਕਿਸਾਨ ਜਿਹੜਾ ਇੱਕ ਅੰਨਦਾਤਾ ਹੈ ਉਹ ਸਾਰੇ ਆਪਣੇ ਇੰਡੀਆ ਨੂੰ ਖਵਾਉਣ ਡਿਆ ਹੈ। ਇਹ ਜੇ ਮੋਦੀ ਸਰਕਾਰ ਗਲਤ ਕੰਮ ਕਰੂਗੀ ਇਸ ਨੂੰ ਨਤੀਜਾ ਭੁਗਤਣਾ ਹੀ ਪਵੇਗਾ।
हम आपको दिखा दें, ये देखिए तमाम काउंसलर जो हैं, पार्षद हैं, ये एक दिन के लिए भूख हड़ताल पर बैठे हुए हैं, समर्थन दे रहे हैं किसानों को, क्योंकि किसान लगातार ठंड में पिछले कई दिनों से दिल्ली में संघर्ष कर रहा है। पहले वह रेल रोको आंदोलन कर रहा था। किसान अपनी मांगे मान रहे हैं, मनाने पर तुले हुए हैं, और केंद्र सरकार अपनी खुद पर अड़ी हुई है कि हम इन कानूनों में संशोधन करने के लिए तो तैयार हैं, लेकिन इन कानूनों को रद्द नहीं किया जाएगा। आखिरकार ये जब किसान जिनके लिए कानून लाया गया है, अगर वो ही नहीं मान रहे हैं इसको, तो फिर आखिरकार सरकार को क्या पड़ी है कि उन पर ये कानून थोपा जाए। यदि उनके फ़ायदे में तो उन्हें समझाया क्यों नहीं जाता। इतने दिनों से बार बार उनसे बातचीत की जा रही है और हर बार उनमें संशोधन करने की बात की जा रही है, लेकिन किसान कह रहे हैं, आज भी किसानों ने यही कहा है कि हम इन तीनों कानूनों को रद्द किए बिना नहीं मानेंगे। हमारी भी सरकार से यही दरख्वास्त है कि बीच का रास्ता निकाला जाए और इस आंदोलन को जल्द से जल्द ख़त्म करवाया जाए, क्योंकि इसका असर जो है वो अच्छा नहीं पड़ रहा। यूएनओ में भी कुछ संदेश जो है ठीक नहीं जा रहा है। अमृतसर से D4 न्यूज़ के लिए दीपक भंडारी की खास रिपोर्ट।